कहावत है नीम हकीम खतरे जान। हर कोई आज अपने आप ਨੂੰ ਡਾਕਟਰ ਸਮਝਦਾ ਹੈ। ਪੇਸ਼ੈਂਟ ਅੱਜ ਤੋਂ 30-40 ਸਾਲ ਪਹਿਲੇ ਇੰਟਰਨੈਟ ਤੋਂ ਪਹਿਲੇ ਆਉਂਦੇ ਸੀਗੇ, ਮੈਨੂੰ ਸਮਝਾਉਣਾ ਪੈਂਦਾ ਸੀਗਾ ਵੀ ਤੁਹਾਨੂੰ ਇਹ ਪ੍ਰੋਬਲਮ ਹੈਗੀ ਹੈ, ਇਸ ਦਾ ਇਹ ਕਾਰਨ ਹੈਗਾ। ਹੁਣ ਪੇਸ਼ੈਂਟ ਆਉਂਦੇ ਨੇ, ਮੈਨੂੰ ਦੱਸੋ ਕਿ ਮੈਂ ਸਰਜਰੀ ਕਰਾਵਾਂ ਕਿ ਨਾ ਕਰਾਵਾਂ। ਤੁਸੀਂ ਕੀ ਆਪਣੇ ਪ੍ਰੋਫੈਸ਼ਨ ਤੋਂ ਸਮਝਦੇ ਹੋ ਕਿ ਹੈਲਥ ਕੇਅਰ ਸਿਸਟਮ ਪੇਸ਼ੈਂਟ ਸਟੈਂਡਰਡ ਹੈ ਜਾਂ ਪ੍ਰੋਫਿਟ ਸਟੈਂਡਰਡ? ਸ਼ੁਰੂ ਵਿੱਚ ਸਾਨੂੰ ਇਹ ਲੱਗਦਾ ਸੀਗਾ ਬੀਇੰਗ ਅ ਫੋਰਨਰ, ਬੀਇੰਗ ਅ ਫੀਮੇਲ ਫਿਜ਼ੀਸ਼ੀਅਨ, ਹਾਊ ਦ ਕਮਿਊਨਿਟੀ ਵਿਲ ਟੇਕ ਅਸ। ਜ਼ਿਆਦਾ ਸਾਡੇ ਪੇਸ਼ੈਂਟਸ ਅਮਰੀਕਨ ਨਹੀਂ ਹਨ। 40 ਸਾਲ ਹੋ ਗਏ ਤੁਹਾਡੇ ਵਿਆਹ ਨੂੰ, ਕਿਸ ਤਰ੍ਹਾਂ ਵਿਆਹ ਨੂੰ ਸੰਭਾਲਿਆ ਜਾ ਸਕਦਾ ਹੈ? ਕਿਉਂਕਿ ਅੱਜ ਅਸੀਂ ਦੇਖ ਰਹੇ ਹਾਂ ਕਿ ਬਹੁਤ ਜਲਦੀ ਵਿਆਹ ਟੁੱਟ ਵੀ ਜਾਂਦੇ ਨੇ। ਸਭ ਤੋਂ ਵੱਡੀ ਪ੍ਰੋਬਲਮ ਤੇ ਇਹ ਹੈਗੀ ਵਿਦ ਬੋਥ ਸਾਈਡਸ ਹੈਵ ਟੂ ਰਿਅਲਾਈਜ਼ ਕਿ ਇਟ ਇਜ਼ ਅ ਗਿਵ ਐਂਡ ਟੇਕ ਥਿੰਗ। ਦੇਰ ਇਜ਼ ਨਥਿੰਗ ਲਾਈਕ ਅ ਗਿਵ ਔਰ ਟੇਕ। ਇਫ ਦੇਰ ਇਜ਼ ਓਨਲੀ ਗਿਵ ਔਰ ਟੇਕ ਇਟ ਇਜ਼ ਨਾਟ ਗੋਇੰਗ ਟੂ ਲਾਸਟ, ਭਾਵੇਂ ਅਰੇਂਜ ਮੈਰਿਜ ਹੋਵੇ ਭਾਵੇਂ ਲਵ ਮੈਰਿਜ ਹੋਵੇ। ਆਈ ਥਿੰਕ ਉਹਨਾਂ ਵਿੱਚ ਪੂਰਾ ਸਹਿਣ ਕਰਨ ਦੀ ਤੇ ਸ਼ਕਤੀ ਨਹੀਂ ਹੈ। ਈਗੋ ਨੇ ਕੁਝ ਜ਼ਿਆਦਾ ਪ੍ਰੋਬਲਮ ਪਾਈਆਂ ਹੋਈਆਂ ਨੇ। ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਮੈਂ ਹਾਂ ਭਲਿੰਦਰ ਸਿੰਘ ਵਿਰਮਾਨੀ। ਪ੍ਰੋਗਰਾਮ ਸਿੱਖ ਹਾਈ ਫਲਾਇਰ ਵਿੱਚ ਇੱਕ ਵਾਰ ਫਿਰ ਤੁਹਾਡਾ ਬਹੁਤ ਸਵਾਗਤ ਹੈ। ਅੱਜ ਮੈਂ ਪਹੁੰਚਿਆ ਹੋਇਆ ਅਮਰੀਕਾ ਦੇ ਨਾਰਥ ਕੈਰੋਲਾਈਨਾ ਸਟੇਟ ਦੇ ਬੜੇ ਹੀ ਖੂਬਸੂਰਤ ਸ਼ਹਿਰ ਐਸ਼ਬਰੋ ਵਿੱਚ। ਔਰ ਅੱਜ ਸਾਡੇ ਨਾਲ ਦੋ ਸ਼ਖਸ ਮੌਜੂਦ ਨੇ। ਇੱਕ ਅਜਿਹਾ ਕਪਲ ਮੌਜੂਦ ਹੈ ਜਿਨ੍ਹਾਂ ਨੇ ਲੰਬੀ ਜ਼ਿੰਦਗੀ ਤੈਅ ਕੀਤੀ ਹੈ, ਇਕੱਠਿਆਂ ਗੁਜ਼ਾਰੀ ਹੈ। ਹਸਬੈਂਡ ਵਾਈਫ ਦੀ ਇਹ ਜੋੜੀ ਹੈ ਔਰ ਖਾਸ ਗੱਲ ਇਹ ਹੈ ਕਿ ਦੋਨੋਂ ਹਸਬੈਂਡ ਵਾਈਫ ਅੱਜ ਮੈਡੀਕਲ ਪ੍ਰੋਫੈਸ਼ਨ ਵਿੱਚ ਬਹੁਤ ਅੱਛਾ ਨਾਮ ਕਮਾ ਰਹੇ ਨੇ ਔਰ ਨਾਲ ਕਮਿਊਨਿਟੀ ਦੀ ਸੇਵਾ ਵੀ ਕਰ ਰਹੇ ਨੇ। ਵੱਖ-ਵੱਖ ਗੁਰਦੁਆਰੇ ਸਭਾਨਾਂ ਦੇ ਨਾਲ ਵੀ ਜੁੜੇ ਹੋਏ ਨੇ। ਔਰ ਅੱਜ ਐਸ਼ਬਰੋ ਤੋਂ ਥੋੜ੍ਹੀ ਹੀ ਦੂਰ 'ਤੇ ਇੱਕ ਬੜਾ ਸੋਹਣਾ ਗੁਰਦੁਆਰਾ ਸਾਹਿਬ ਹੈ, ਹਾਈ ਪੁਆਇੰਟ ਗੁਰਦੁਆਰਾ ਸਾਹਿਬ। ਉਸਦੇ ਬੋਰਡ ਮੈਂਬਰਸ ਵੀ ਨੇ ਔਰ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਸਿੱਖੀ ਨਾਲ ਜੁੜੇ ਹੋਏ ਨੇ, ਗੁਰਮਤ ਨਾਲ ਜੁੜੇ ਹੋਏ ਨੇ ਔਰ ਲਗਾਤਾਰ ਗੁਰਬਾਣੀ ਦਾ ਪ੍ਰਚਾਰ ਵੀ ਕਰ ਰਹੇ ਨੇ, ਗੁਰਮਤ ਦਾ ਪ੍ਰਚਾਰ ਕਰ ਰਹੇ ਨੇ। ਆਓ ਮਿਲ ਕੇ ਇਹਨਾਂ ਨੂੰ ਸਿੱਖ ਹਾਈ ਫਲਾਇਰ ਵਿੱਚ ਜੀ ਆਇਆਂ ਕਰਦੇ ਹਾਂ। ਡਾਕਟਰ ਰਣਵੀਰ ਸਿੰਘ ਅਚਰੇਜਾ ਸਾਹਿਬ ਅੱਜ ਸਾਡੇ ਨਾਲ ਮੌਜੂਦ ਨੇ ਅਤੇ ਉਹਨਾਂ ਦੇ ਨਾਲ ਹੀ ਸੋਹਣੇ ਜੀ ਉਹਨਾਂ ਦੀ ਪਤਨੀ ਡਾਕਟਰ ਮਨਜੀਤ ਕੌਰ ਅਚਰੇਜਾ ਵੀ ਸਾਡੇ ਨਾਲ ਮੌਜੂਦ ਨੇ। ਬਹੁਤ ਸਵਾਗਤ ਔਰ ਬਹੁਤ ਧੰਨਵਾਦ ਸਾਨੂੰ ਆਪਣਾ ਕੀਮਤੀ ਸਮਾਂ ਦੇਣ ਦੇ ਲਈ ਡਾਕਟਰ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ, ਬੁਲਾਉਣ ਵਾਸਤੇ ਬਹੁਤ ਸ਼ੁਕਰੀਆ। ਉਹਨਾਂ ਨਾਲ ਗੱਲ ਕਰਕੇ ਬਹੁਤ ਖੁਸ਼ੀ ਹੋਏਗੀ ਤੇ ਜੋ ਕੁਝ ਦੱਸਣਾ ਅਸੀਂ ਦੱਸਾਂਗੇ ਜੀ ਜ਼ਰੂਰ। ਡਾਕਟਰ ਮਨਜੀਤ ਕੌਰ ਜੀ ਤੁਹਾਡਾ ਵੀ ਬਹੁਤ ਸਵਾਗਤ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਥੈਂਕਸ ਫॉर ਇਨਵਾਈਟਿੰਗ ਅਸ ਫॉर ਦਿਸ ਐਂਡ ਗਿਵਿੰਗ ਅਸ opportunity to able to help people out। ਅੱਜ ਬੜੀ ਜ਼ਰੂਰਤ ਹੈ ਕਿਉਂਕਿ ਤੁਸੀਂ ਬਹੁਤ ਸਾਲਾਂ ਤੋਂ ਲਗਾਤਾਰ ਅਮਰੀਕਾ ਨੂੰ ਦੇਖਿਆ, ਜਾਣਿਆ, ਪਛਾਣਿਆ। ਇਹਦੇ ਵਿੱਚ ਕਈ ਪਾਲਿਸੀਜ਼ ਚੇਂਜ ਹੋਈਆਂ ਨੇ, ਕਈ ਸਰਕਾਰਾਂ ਆਈਆਂ ਨੇ, ਗਈਆਂ ਨੇ ਔਰ ਪੰਜਾਬੀ ਲਈ ਬੜਾ ਕੁਝ ਕੰਮ ਹੋਇਆ। ਪਰ ਅੱਜ ਬੜਾ ਸੋਹਣਾ ਲੱਗਦਾ ਤੁਹਾਨੂੰ ਦੇਖ ਕੇ ਕਿ ਤੁਸੀਂ ਲਗਾਤਾਰ ਇੰਨੇ ਸਾਲਾਂ ਵਿੱਚ ਆਪਣੇ ਆਪ ਨੂੰ ਬਦਲਿਆ ਨਹੀਂ, ਗੁਰਸਿੱਖੀ ਨੂੰ ਕਾਇਮ ਰੱਖਿਆ ਔਰ ਲਗਾਤਾਰ ਗੁਰਮਤ ਪ੍ਰਚਾਰ ਵੀ ਕਰ ਰਹੇ ਹੋ, ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਨਾਲ ਵੀ ਜੁੜੇ ਹੋਏ ਹੋ। ਡਾਕਟਰ ਸਾਹਿਬ ਪਹਿਲਾਂ ਤਾਂ ਤੁਹਾਡੇ ਕੋਲ ਆਵਾਂਗਾ ਸਿੰਘ ਸਾਹਿਬ ਕਿ ਲਗਾਤਾਰ ਡਾਕਟਰਸ ਦਾ ਜਿਹੜਾ ਪ੍ਰੋਫੈਸ਼ਨ ਹੈ ਅੱਜ ਤੋਂ 40-50 ਸਾਲ ਪਹਿਲਾਂ ਚਲੇ ਜਾਈਏ, ਅਜੀਬ ਤਰ੍ਹਾਂ ਦੀਆਂ, ਅਲੱਗ ਤਰ੍ਹਾਂ ਦੀਆਂ ਜਿਹੜੀਆਂ ਚੁਣੌਤੀਆਂ ਸਨ। ਪਰ ਅੱਜ ਵੀ ਚੁਣੌਤੀਆਂ ਉਹ ਖਤਮ ਨਹੀਂ ਹੋਈਆਂ, ਚੁਣੌਤੀਆਂ ਬਲਕਿ ਵਧੀਆਂ ਹੀ ਨੇ। ਪਰ ਤੁਹਾਡੇ ਤੋਂ 50 ਸਾਲ ਪਹਿਲਾਂ ਦੀ ਜੇਕਰ ਮੈਂ ਗੱਲ ਕਰਾਂ, 40 ਸਾਲ ਪਹਿਲਾਂ ਦੀ ਜੇਕਰ ਗੱਲ ਕਰਾਂ, ਜਦੋਂ ਤੁਸੀਂ ਅਮਰੀਕਾ ਵਿੱਚ ਆਏ, ਡਾਕਟਰਾਂ ਲਈ ਸਭ ਤੋਂ ਵੱਡੀ ਚੁਣੌਤੀ ਕੀ ਸੀ? ਉਸ ਵੇਲੇ ਚੁਣੌਤੀ ਸਭ ਤੋਂ ਜ਼ਿਆਦਾ ਇਹ ਸੀਗੀ ਕਿ ਇੰਡੀਆ ਦੀ ਜਿਹੜੀ ਐਜੂਕੇਸ਼ਨ ਸੀਗੀ ਨਾ, ਉਹ ਬੇਸਿਕਲੀ ਇੰਗਲੈਂਡ ਦੇ ਬੇਸਿਸ ਦੇ ਉੱਪਰ ਅਤੇ ਉੱਥੇ ਰਿਸਰਚ ਦਾ ਇੰਨਾ ਜ਼ੋਰ ਨਹੀਂ ਸੀਗਾ, ਟੈਕਨੋਲੋਜੀ ਦਾ ਇੰਨਾ ਜ਼ੋਰ ਨਹੀਂ ਸੀਗਾ। ਇਸ ਕਰਕੇ ਜਦ ਅਮਰੀਕਾ ਆਇਆ ਅਤੇ ਦੈਟ ਵਾਜ਼ ਅ ਬਿਗ ਇਨਫਲੂਐਂਸ ਸਾਡੀ ਪ੍ਰੈਕਟਿਸ ਵਾਸਤੇ ਜਿਹੜਾ ਚੇਂਜ ਹੋਇਆ ਕਿ ਵੀ ਇੱਕਦਮ ਤੁਸੀਂ ਜਿਹੜਾ ਕਲੀਨਿਕਲ ਜਜਮੈਂਟ 'ਤੇ ਸਾਰਾ ਕੰਮ ਕਰਦੇ ਹੋ ਉਹ ਤੁਸੀਂ ਛੱਡ ਕੇ ਟੈਕਨੋਲੋਜੀਕਲੀ ਲੈਬਸ ਅਤੇ ਐਕਸਰੇਜ਼ ਅਤੇ ਉਹਨਾਂ ਦੇ ਉੱਪਰ ਡਿਪੈਂਡ ਕਰਕੇ ਡਾਇਗਨੋਸ ਕਰਕੇ ਫਿਰ ਅੱਗੇ ਟਰੀਟਮੈਂਟ ਕਰਦੇ ਹੋ, ਜਿਹੜਾ ਕਿ ਇੰਡੀਆ ਵਿੱਚ ਉਸ ਵੇਲੇ ਖਾਸ ਕਰਕੇ ਅਵੇਲੇਬਲ ਤਾਂ ਸੀਗਾ ਪਰ ਖਾਲੀ ਵੱਡੇ ਸ਼ਹਿਰਾਂ ਵਿੱਚ ਹੀ ਔਰ ਜਿਨ੍ਹਾਂ ਕੋਲ ਪੈਸਾ ਉਹਨਾਂ ਵਾਸਤੇ। ਐਵਰੇਜ ਬੰਦੇ ਵਾਸਤੇ ਉਹ ਚੀਜ਼ਾਂ ਅਵੇਲੇਬਲ ਨਹੀਂ ਸੀਗੀਆਂ। ਉਹ ਡਿਪੈਂਡ ਕਰਦਾ ਸੀਗਾ ਡਾਕਟਰ ਦਾ ਕਲੀਨਿਕਲ ਜਜਮੈਂਟ ਜੋ ਹੈਗਾ ਉਸ ਦੇ ਉੱਪਰ ਸਾਰਾ ਇਲਾਜ ਕਰ ਦਿਓ ਅਤੇ ਅੱਗੇ ਜੋ ਹੁੰਦਾ ਸੋ ਹੋਏਗਾ। ਜੀ ਬਿਲਕੁਲ, ਬਹੁਤ ਸੋਹਣੀ ਗੱਲ ਕੀਤੀ ਹੈ ਕਿਉਂਕਿ ਤੁਸੀਂ ਐਜ਼ ਅ ਜਨਰਲ ਸਰਜਨ ਹੋ ਤਾਂ ਡੈਫੀਨੇਟਲੀ ਗੱਲ ਹੈ ਤੁਹਾਡੀ ਇੱਕ ਲਾਈਨ ਡਿਫਰੈਂਟ ਹੈ। ਪਰ ਡਾਕਟਰ ਮਨਜੀਤ ਜੀ ਤੁਹਾਡੇ ਕੋਲ ਆਵਾਂਗਾ ਕਿਉਂਕਿ ਅੱਜ ਟੈਕਨੋਲੋਜੀ ਦਾ ਯੁੱਗ ਹੈ, ਸੋਸ਼ਲ ਮੀਡੀਆ ਦਾ ਯੁੱਗ ਹੈ ਔਰ ਅਸੀਂ ਬਹੁਤ ਚੀਜ਼ਾਂ 'ਚ ਐਡਵਾਂਸ ਹੋ ਚੁੱਕੇ ਹਾਂ। ਆਰਟੀਫਿਸ਼ੀਅਲ ਇੰਟੈਲੀਜੈਂਸ ਵੀ ਆ ਚੁੱਕੀ ਹੈ ਅੱਜ ਸਾਡੇ ਕੋਲ। ਬਟ ਬੀਇੰਗ ਐਜ਼ ਅ ਫੈਮਿਲੀ ਫਿਜ਼ੀਸ਼ੀਅਨ ਤੁਸੀਂ ਕਿਸ ਤਰ੍ਹਾਂ ਨਾਲ ਡਾਕਟਰ ਪ੍ਰੋਫੈਸ਼ਨ ਨੂੰ ਚੇਂਜ ਹੁੰਦੇ ਦੇਖਦੇ ਹੋ?
ਜਿਸ ਤਰ੍ਹਾਂ ਉਹਨਾਂ ਨੇ ਵੀ ਕਿਹਾ ਹੈਗਾ, ਟੈਕਨੋਲੋਜੀ ਇਜ਼ ਵੈਰੀ ਐਡਵਾਂਸਡ ਹੀਅਰ ਐਂਡ ਅਸੀਂ ਇੰਡੀਆ ਤੋਂ ਮੈਂ ਗਾਇਨੀ ਵਿੱਚ ਕੀਤਾ ਸੀਗਾ ਅਤੇ ਅਸੀਂ ਜ਼ਿਆਦਾ ਪੇਸ਼ੈਂਟ ਓਰੀਐਂਟਡ ਹਿਸਟਰੀ ਅਤੇ ਉਸ ਵਿੱਚ ਡਾਇਗਨੋਸ ਕਰਦੇ ਸੀਗੇ। ਪਰ ਇੱਥੇ ਆ ਕੇ ਫਿਰ ਆਈ ਹੈਡ ਟੂ ਚੇਂਜ ਮਾਈ ਪ੍ਰੋਫੈਸ਼ਨ ਫਰੋਮ ਗਾਇਨੋਕੋਲੋਜਿਸਟ ਟੂ I took the family practice residency, and ਉਸ ਵਿੱਚ I saw lot of opportunities because we learned, and when I opened my practice ਉਸ ਵਿੱਚ ਵੀ ਨਾ I tried to add ਸਾਰਾ ਕੁਛ ਜਿਸ ਤਰ੍ਹਾਂ ਆਫਿਸ ਵਿੱਚ ਤੁਸੀਂ ਬਲੱਡ ਡਰਾ ਆਫਿਸ ਵਿੱਚ ਹੀ ਹੋ ਰਿਹਾ ਹੈ, ਤੁਹਾਨੂੰ ਰੈਫਰ ਨਹੀਂ ਕਰਨਾ ਪੈ ਰਿਹਾ ਹੈ, ਟੈਕਨੋਲੋਜੀ ਨੂੰ ਯੂਜ਼ ਕਰਕੇ ਬੋਨ ਸਕੈਨਸ ਅਤੇ ਐਕਸ-ਰੇਜ਼ ਅਤੇ ਸਭ ਕੁਛ ਪ੍ਰੋਵਾਈਡ ਕਰਦੇ ਹਾਂ ਅਸੀਂ, ਅਤੇ ਉਹ ਸਾਰਾ ਐਡ ਕੀਤਾ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ ਸਾਰਾ ਕੁਛ ਅਸੀਂ ਕੰਪਿਊਟਰਾਈਜ਼ ਹੀ ਕਰਦੇ ਹਾਂ, ਵਿਚ ਵਾਜ਼ ਨਾਟ ਅਵੇਲੇਬਲ ਇਨ ਉਸ ਟਾਈਮ। ਅਤੇ ਹੁਣ ਅਸੀਂ ਸਾਰਾ ਕੁਛ ਕੰਪਿਊਟਰਾਈਜ਼ ਹੁੰਦਾ ਹੈ, ਈਵਨ ਟੈਲੀਮੈਡੀਸਿਨ ਆਈ ਡੂ ਦੈਟ ਆਲਸੋ। ਪੇਸ਼ੈਂਟ ਇਜ਼ ਸਿਟਿੰਗ ਵਰਜੀਨੀਆ ਦੂਸਰੀ ਸਟੇਟ ਵਿੱਚ ਬੈਠੇ ਨੇ, ਹੂ ਵਰ ਆਵਰ ਪੇਸ਼ੈਂਟਸ, ਸਾਡੇ ਪਹਿਲੇ ਸੀਗੇ ਪੇਸ਼ੈਂਟਸ, ਉਹ ਮੂਵ ਹੋ ਗਏ, ਪਰ ਦੇ ਵਾਂਟ ਟੂ ਕੀਪ ਮੀ ਐਜ਼ ਦੇਅਰ ਫਿਜ਼ੀਸ਼ੀਅਨ, ਸੋ ਉਹਨਾਂ ਨਾਲ ਵੀ ਅਸੀਂ ਪੂਰੀ ਟੇਕ ਕੇਅਰ ਕਰ ਪਾਉਂਦੇ ਹਾਂ। ਪੇਸ਼ੈਂਟਸ ਜਿਹੜੇ ਹੈਗੇ ਨੇ ਹੋਮ ਬਾਊਂਡ ਬੈੱਡ ਰਿਡਨ ਹੈਗੇ, ਉਹਨਾਂ ਦੀ ਵੀ ਪੂਰੀ ਟੇਕ ਕੇਅਰ ਕਰਕੇ ਅਤੇ ਹੋਮ ਹੈਲਥ ਨੂੰ ਯੂਜ਼ ਕਰਕੇ ਅਸੀਂ ਨਾਲ ਕਰਦੇ ਹਾਂ। ਬਿਲਕੁਲ ਸਿੰਘ ਸਾਹਿਬ, ਲਗਾਤਾਰ ਕਹਿੰਦੇ ਨੇ ਇੱਕ ਕਹਾਵਤ ਹੈ, ਨੀਮ ਹਕੀਮ ਖਤਰੇ ਜਾਨ। ਹਰ ਕੋਈ ਅੱਜ ਆਪਣੇ ਆਪ ਨੂੰ ਨਾ ਡਾਕਟਰ ਸਮਝਦਾ ਹੈ, ਥੋੜ੍ਹਾ ਜਿਹਾ ਗੂਗਲ ਤੋਂ ਸਰਚ ਕਰਕੇ AI ਤੋਂ ਪੜ੍ਹ ਕੇ ਉਹਨੂੰ ਲੱਗਦਾ ਹੈ ਕਿ ਹਾਂ ਇਹ ਵਾਲੀ ਦਵਾਈ ਲੈ ਲਓ, ਡਾਕਟਰ ਕੋਲ ਜਾਣ ਦੀ ਜ਼ਰੂਰਤ ਨਹੀਂ। ਡਾਕਟਰ ਲਈ ਇੱਕ ਅਲੱਗ ਤਰ੍ਹਾਂ ਦੀਆਂ ਚੁਣੌਤੀਆਂ ਹੋ ਜਾਂਦੀਆਂ ਨੇ, ਕਿਉਂਕਿ ਜਦੋਂ ਪੇਸ਼ੈਂਟ ਠੀਕ ਨਹੀਂ ਹੁੰਦਾ ਆਪਣੇ ਤਰੀਕੇ ਨਾਲ ਮੈਡੀਸਿਨਸ ਲੈ ਕੇ ਤੁਹਾਡੇ ਕੋਲ ਪਹੁੰਚ ਜਾਂਦਾ ਹੈ ਔਰ ਉਹਦੀ ਹਾਲਤ ਕੁਛ ਹੋਰ ਹੀ ਚਿੰਤਾਜਨਕ ਹੋ ਜਾਂਦੀ ਹੈ। ਫਿਰ ਉਹ ਦੱਸਦਾ ਤੁਹਾਨੂੰ ਕਿ ਡਾਕਟਰ ਸਾਹਿਬ ਮੈਂ ਤਾਂ ਇਹ ਵਾਲੀ ਦਵਾਈਆਂ ਖਾ ਲਈਆਂ ਸੀਗੀਆਂ ਅਤੇ ਮੈਨੂੰ ਇਸ ਤਰ੍ਹਾਂ ਦਾ ਆਰਾਮ ਨਹੀਂ ਆਇਆ। ਤੁਹਾਡੇ ਲਈ ਉਹ ਫਿਰ ਤੁਸੀਂ ਕਿਸ ਤਰ੍ਹਾਂ ਨਾਲ ਦੇਖਦੇ ਹੋ? ਇਹ ਇੱਕ ਚੁਣੌਤੀ ਦੇਖਦੇ ਹੋ ਜਾਂ ਤੁਹਾਨੂੰ ਵੀ ਹੱਸੀ ਆਉਂਦੀ ਹੈ ਕਿ ਕਰਕੇ ਰਹੋ ਆਪਣੀ ਸਿਹਤ ਨਾਲ? ਮੇਰਾ ਪ੍ਰੋਫੈਸ਼ਨ ਜਨਰਲ ਸਰਜਰੀ ਦਾ ਹੈਗਾ, ਇਸ ਕਰਕੇ ਮੈਨੂੰ ਜੋ ਤੁਸੀਂ ਪ੍ਰੋਬਲਮ ਕਹਿ ਰਹੇ ਹੋ ਨਾ, ਉਸ ਤਰ੍ਹਾਂ ਦੀ ਥਾਂ 'ਤੇ ਦੂਸਰੀ ਡਿਫਰੈਂਟ ਤਰ੍ਹਾਂ ਦੀ ਚੁਣੌਤੀ ਆਉਂਦੀ ਹੈ। ਈਵਨ ਮੇਰੇ ਕੋਲ ਪੇਸ਼ੈਂਟ ਆਇਆ, ਉਸ ਦਾ ਗੋਲ ਬਲੈਡਰ ਕਰਨਾ ਹੈ, ਸਟਮਕ ਦਾ ਆਪਰੇਸ਼ਨ ਕਰਨਾ ਹੈ, ਥਾਇਰਾਇਡ ਦਾ ਕਰਨਾ ਹੈ। ਉਹ ਸਾਰੇ ਪੇਸ਼ੈਂਟ ਅੱਜ ਤੋਂ 30-40 ਸਾਲ ਪਹਿਲੇ ਇੰਟਰਨੈਟ ਤੋਂ ਪਹਿਲੇ ਆਉਂਦੇ ਸੀਗੇ, ਉਹਨਾਂ ਨੂੰ ਸਾਰਾ ਮੈਨੂੰ ਸਮਝਾਉਣਾ ਪੈਂਦਾ ਸੀਗਾ ਵੀ ਤੁਹਾਨੂੰ ਇਹ ਪ੍ਰੋਬਲਮ ਹੈਗੀ ਹੈ, ਇਸਦਾ ਇਹ ਕਾਰਨ ਹੈਗਾ, ਅੱਛਾ ਇਸਦਾ ਟਰੀਟਮੈਂਟ ਇਹ ਹੈਗਾ ਹੈ, ਅਤੇ ਆਪਰੇਸ਼ਨ ਕਰਨਾ ਪਏਗਾ, ਤਾਂ ਆਪਰੇਸ਼ਨ ਕਿਉਂ ਕਰਨਾ ਪਏਗਾ। ਹੁਣ ਪੇਸ਼ੈਂਟ ਆਉਂਦੇ ਨੇ, ਉਹ ਆਉਣ ਤੋਂ ਪਹਿਲੇ ਹੀ ਇੰਟਰਨੈਟ 'ਤੇ ਗੂਗਲ ਕਰਕੇ ਸਾਰੀ ਇਨਫੋਰਮੇਸ਼ਨ ਲੈ ਕੇ ਆਉਂਦੇ ਨੇ ਅਤੇ ਕਹਿੰਦੇ ਕਿ ਤੁਹਾਡੀ ਕੀ ਪ੍ਰੋਬਲਮ ਹੈਗੀ ਹੈ, ਕਿ ਕਿੰਨੇ ਤੁਹਾਡੀ ਰਿਸਕ ਹੈਗੀ ਹੈ, ਤਾਂ ਸਾਰੀ ਮੈਂ ਦੇਖ ਚੁੱਕਾ, ਹੁਣ ਮੈਨੂੰ ਦੱਸੋ ਕਿ ਮੈਂ ਸਰਜਰੀ ਕਰਵਾਵਾਂ ਕਿ ਨਾ ਕਰਵਾਵਾਂ। ਅਤੇ ਇੱਕ ਤਰ੍ਹਾਂ 'ਤੇ ਇਟ ਇਜ਼ ਬੈਨੀਫੀਸ਼ੀਅਲ ਹੋ ਗਿਆ, ਕਿਉਂਕਿ ਤੁਹਾਨੂੰ ਉਹਨਾਂ ਟਾਈਮ ਨਹੀਂ ਲਾਉਣਾ ਪੈਂਦਾ ਪੇਸ਼ੈਂਟ ਨੂੰ ਸਮਝਾਉਣ ਵਾਸਤੇ, ਕਿਉਂਕਿ ਆਪੇ ਪੜ੍ਹ ਕੇ ਆਇਆ ਹੈ। ਔਰ ਮੈਂ ਕਈ ਵਾਰੀ ਇੱਥੇ ਸਰਪ੍ਰਾਈਜ਼ ਹੋ ਜਾਂਦੀ ਕਿ 80 ਸਾਲ ਦੇ 90 ਸਾਲ ਦੇ ਪੇਸ਼ੈਂਟ ਵੀ ਗੂਗਲ ਦੇਖ ਕੇ ਪੜ੍ਹ ਕੇ ਆਉਂਦੇ ਨੇ, ਜੋ ਕਿ ਅਸੀਂ ਸੋਚ ਨਹੀਂ ਸਕਦੇ ਕਿ ਵੀ ਉਹਨਾਂ ਨੇ ਕਦੀ ਇੰਨਾ ਟਾਈਮ ਲਾਇਆ ਹੈਗਾ ਮੈਡੀਕਲ ਪ੍ਰੋਫੈਸ਼ਨ 'ਤੇ ਪੜ੍ਹਨ ਵਾਸਤੇ, ਪਰ ਆਪਰੇਸ਼ਨ ਕਰਾਉਣ ਵਾਸਤੇ ਆਉਂਦੇ ਨੇ ਅਤੇ ਸਾਰਾ ਪੜ੍ਹ ਕੇ ਆਉਂਦੇ। ਦੈਟ ਹੈਜ਼ ਹੈਲਪਡ ਅ ਲਾਟ, ਕਾਫੀ ਮਦਦ ਮਿਲਦੀ ਉਸਦੇ ਨਾਲ ਉਹਨਾਂ ਨੂੰ ਸਮਝਾਉਣ ਵਾਸਤੇ ਕਿ ਕੰਪਲੀਕੇਸ਼ਨ ਦੀ ਰਿਸਕ ਕਿੰਨੀ ਹੈਗੀ ਹੈ, ਅਤੇ ਉਹ ਸਾਰਾ ਸਮਝਣ ਵਿੱਚ ਉਹਨਾਂ ਨੂੰ ਬਹੁਤ ਈਜ਼ੀ ਹੋ ਜਾਂਦਾ ਹੈ। ਬਿਲਕੁਲ ਬਿਲਕੁਲ, ਇਹ ਸਵਾਲ ਮੈਂ ਮਨਜੀਤ ਜੀ ਤੁਹਾਡੇ ਤੋਂ ਵੀ ਜ਼ਰੂਰ ਕਰਨਾ ਚਾਹਾਂਗਾ, ਕਿਉਂਕਿ ਬੀਇੰਗ ਐਜ਼ ਅ ਫੈਮਿਲੀ ਫਿਜ਼ੀਸ਼ੀਅਨ ਕਿਸ ਤਰ੍ਹਾਂ ਦੀਆਂ ਪ੍ਰੋਬਲਮਸ ਤੁਸੀਂ ਦੇਖਦੇ ਹੋ ਅੱਜ ਫੈਮਲੀਜ਼ ਵਿੱਚ ਆ ਰਹੀਆਂ ਨੇ, ਔਰ ਡਾਕਟਰਸ ਲਈ ਵੀ ਉਹ ਬੜੀਆਂ ਚੈਲੰਜਿੰਗ ਹੋ ਰਹੀਆਂ ਨੇ? I being internist family practice ਬਹੁਤ ਕੁਛ ਵੀ ਸਾਰੀਆਂ ਕੁਛ ਬਿਮਾਰੀਆਂ ਦੇਖਦੇ ਹੈਗੇ ਆ, ਮੈਂਟਲ ਵੀ ਅਤੇ ਫਿਜ਼ੀਕਲ ਵੀ, ਅਤੇ ਉਹ ਮੈਂਟਲ ਪ੍ਰੋਬਲਮਸ ਆਰ ਕੁਆਇਟ ਅ ਬਿਟ ਦੇਅਰ। ਫੈਮਿਲੀ ਪ੍ਰੋਬਲਮਸ ਬਹੁਤ ਜ਼ਿਆਦਾ ਹੋਈਆਂ ਹੋਈਆਂ, ਡਿਪਰੈਸ਼ਨ ਵੀ ਸੀ ਸੋ ਮਚ। ਦੂਸਰਾ ਇੱਥੇ ਨਾ ਖਾਣ ਦਾ ਅਤੇ ਉਹਦਾ ਸਿਸਟਮ ਲਾਈਫ ਸਟਾਈਲ ਚੇਂਜਿਸ ਬਹੁਤ ਕਰਵਾਉਣ ਦੀ ਜ਼ਰੂਰਤ ਹੈ। ਅਸੀਂ ਕਾਫੀ ਟਾਈਮ ਲਗਾ ਕੇ ਉਹਨਾਂ ਨੂੰ ਬਰੋਸ਼ਰਸ ਵੀ ਦਿੰਦੇ ਹਾਂ, ਉਹਨਾਂ ਨੂੰ ਨਾਲ ਸਮਝਾਉਣ ਵਾਸਤੇ ਕਿ ਜੇ ਉਹ ਆਪਣੀ ਲਾਈਫ ਸਟਾਈਲ ਚੇਂਜ ਕਰਨਗੇ ਅਤੇ ਉਹਨਾਂ ਦਾ ਕੋਲੈਸਟਰੋਲ ਠੀਕ ਹੋ ਸਕਦਾ ਹੈ, ਦੇ ਡੋਂਟ ਨੀਡ ਐਨੀ ਮੈਡੀਸਿਨ। ਮੈਂ ਕਿਉਂਕਿ ਆਈ ਹੈਵ ਦਾ ਬੈਕਗਰਾਊਂਡ ਫਰੋਮ ਇੰਡੀਆ, ਅਤੇ ਉਹ ਅਸੀਂ
ਬਹੁਤ ਕੁਝ ਚਾਹੁੰਦੇ ਆ ਕਿ ਨਾ ਉਹ ਇੱਥੋਂ ਦਾ ਖਾਣ ਦਾ ਸਿਸਟਮ ਆਪਣਾ ਚੇਂਜ ਕਰ ਲੈਣ ਜਾਂ ਪਾਣੀ ਵੀ ਨਹੀਂ ਪੀਣਗੇ, ਦੇ ਵਿਲ ਡਰਿੰਕ ਮੋਰ ਆਫ ਸੋਡਾਸ। ਉਸ ਵਾਸਤੇ ਵੀ ਅਸੀਂ ਮਤਲਬ ਪੂਰਾ ਫਿਜ਼ੀਕਲ ਵੀ ਉਸ ਤਰ੍ਹਾਂ ਪੂਰਾ ਦੇਖਦੇ ਹਾਂ। ਅਤੇ ਕਾਜ਼ ਆਫ ਦ ਪ੍ਰੋਬਲਮ ਜਿਸ ਤਰ੍ਹਾਂ ਬਈ ਐਲਰਜੀਜ਼ ਕਰਕੇ ਉਹਨਾਂ ਨੂੰ COPD ਹੈਗਾ ਹੈ, ਜਾਂ ਜਿਹੜੀਆਂ ਕਰੋਨਿਕ ਕਾਫਸ ਹੈਗੀਆਂ ਹੈ, ਜਾਂ ਹੋਰ ਜਿਸ ਤਰ੍ਹਾਂ ਟੈਕਨੋਲੋਜੀ ਵੀ ਇੱਥੇ ਬਹੁਤ ਅੱਛੀ ਹੈਗੀ ਹੈ ਕਿ ਜੇ ਕੋਈ ਐਬਡੋਮੀਨਲ ਪੇਨ ਕਰਕੇ ਆਇਆ ਤੇ ਉਹਨੂੰ ਅਸੀਂ ਕੈਟ ਸਕੈਨ ਕਰਵਾ ਕੇ ਤੇ ਡਾਇਗਨੋਸਿਸ ਵੀ ਬਹੁਤ ਈਜ਼ੀਲੀ ਕਰਕੇ ਉਹਨਾਂ ਦਾ ਡਾਇਗਨੋਸ ਕਰਕੇ ਟ੍ਰੀਟਮੈਂਟ ਕਰਦੇ ਹਾਂ। ਬਿਲਕੁਲ, ਪਰ ਬਹੁਤ ਸਾਰੀਆਂ ਗੱਲਾਂ ਵਿੱਚ ਅਸੀਂ ਦੇਖਦੇ ਹਾਂ ਕਿ ਅੱਜ ਸਾਨੂੰ ਡਾਕਟਰਸ ਬਹੁਤ ਸਾਰੇ ਜਿਹੜੇ ਨੇ ਟ੍ਰੀਟਮੈਂਟਸ ਲਿਖ ਦਿੰਦੇ ਨੇ ਜਾਂ ਬਹੁਤ ਸਾਰੇ ਜਿਹੜੇ ਨੇ ਟੈਸਟ ਲਿਖ ਦਿੰਦੇ ਨੇ। ਵਾਕਈ ਸਿੰਘ ਸਾਹਿਬ ਸਾਨੂੰ ਇਹਨਾਂ ਟੈਸਟਾਂ ਦੀ ਜ਼ਰੂਰਤ ਹੁੰਦੀ ਹੈ ਜਾਂ ਸਿਰਫ ਅੱਜ ਇੱਕ ਜਿਹੜਾ ਮੈਡੀਕਲ ਪ੍ਰੋਫੈਸ਼ਨ ਹੈ ਇੱਕ ਬਿਜ਼ਨਸ ਪ੍ਰੋਫੈਸ਼ਨ ਬਣ ਚੁੱਕਾ ਹੈ? ਇਸ ਦਾ ਜਵਾਬ ਜਿਹੜਾ ਮੁਸ਼ਕਿਲ ਹੈਗਾ ਇਸ ਕਰਕੇ ਕਿ ਵੀ ਇੱਥੇ ਦੀ ਸੁਸਾਇਟੀ ਜਿਹੜੀ ਹੈਗੀ ਨਾ ਮੈਡੀਕਲ ਲੀਗਲ ਓਰੀਐਂਟਡ ਹੈਗੀ ਹੈ। ਪੇਸ਼ੈਂਟ ਤੁਹਾਡੇ ਕੋਲ ਆਉਂਦਾ ਹੈ, ਕਈ ਵਾਰੀ ਤੁਸੀਂ ਪੇਸ਼ੈਂਟ ਦਾ ਡਾਇਗਨੋਸਿਸ ਬਿਨਾਂ ਕਲੀਨਿਕਲ ਬੇਸਿਸ 'ਤੇ ਇੰਡੀਅਨ ਟ੍ਰੇਨਿੰਗ ਹੋਣ ਕਰਕੇ ਤੁਸੀਂ ਕਰ ਲੈਂਦੇ ਹੋ, ਅਤੇ ਪਰ ਪੇਸ਼ੈਂਟ ਨੂੰ ਸੈਟਿਸਫੈਕਸ਼ਨ ਨਹੀਂ ਹੁੰਦਾ। ਉਹ ਚਾਹੁੰਦਾ ਕਿ ਤੁਸੀਂ ਉਸਦਾ ਬਲੱਡ ਵਰਕ ਕਰੋ, ਉਸਦਾ ਐਕਸਰੇ ਕਰੋ, ਜੇ ਕੈਟ ਸਕੈਨ ਵਗੈਰਾ ਕਰਵਾਉਣੇ ਨੇ ਅਤੇ ਉਹ ਕਰੋ। ਹੁਣ ਕੈਟ ਸਕੈਨ 80s ਵਿੱਚ ਆਇਆ ਹੈ, ਉਸ ਤੋਂ ਪਹਿਲੇ ਕੈਟ ਸਕੈਨ ਨਹੀਂ ਹੁੰਦਾ ਸੀ। ਸਾਰੇ ਡਾਇਗਨੋਸਿਸ ਕਲੀਨਿਕਲ, ਜੇ ਪੇਸ਼ੈਂਟ ਆਇਆ ਉਸਦਾ ਪੇਟ ਦਰਦ ਹੋ ਰਿਹਾ ਹੈ ਅਤੇ ਉਸਦਾ appendicitis ਹੈਗਾ, ਉਹਦਾ ਜਜਮੈਂਟ 99% ਕਲੀਨਿਕਲ ਹੁੰਦਾ ਸੀਗਾ ਅਤੇ ਵੀ ਕਿ ਉਸ ਤੋਂ appendicitis ਹੈ ਅਤੇ ਸਰਜਰੀ ਕਰੋ। ਹੁਣ ਪੇਸ਼ੈਂਟ ਆਉਂਦਾ ਕਹਿੰਦਾ ਵੀ ਤੁਸੀਂ ਡਾਇਗਨੋਸ ਕੀਤਾ ਕਲੀਨਿਕਲ, ਪਰ ਉਸ ਨੂੰ ਕਨਫਰਮੇਸ਼ਨ ਚਾਹੀਦਾ ਹੈ ਕਿ ਤੁਸੀਂ ਕੈਟ ਸਕੈਨ ਜਾਂ ਅਲਟਰਾਸਾਊਂਡ ਕਰਵਾ ਕੇ ਕਨਫਰਮ ਕੀਤਾ ਹੈ ਕਿ ਨਹੀਂ ਕਿ ਮੈਨੂੰ appendicitis ਹੈ ਅਤੇ ਆਪਰੇਸ਼ਨ ਦੀ ਲੋੜ ਹੈ ਕਿ ਨਹੀਂ। ਇਹ ਚੀਜ਼ਾਂ ਦਾ ਕਾਫੀ ਫਰਕ ਪੈ ਗਿਆ। ਅਤੇ ਇਸ ਕਰਕੇ ਹੁੰਦਾ ਕੀ ਹੈ ਕਿ ਕਈ ਵਾਰੀ ਜੇ ਪੇਸ਼ੈਂਟ ਨੂੰ appendicitis ਨਹੀਂ ਵੀ ਹੈਗਾ ਪਰ ਤੁਸੀਂ ਕੈਟ ਸਕੈਨ ਨਹੀਂ ਕਰਵਾਇਆ, 2 ਦਿਨ ਬਾਅਦ ਉੱਥੋਂ ਫਿਰ ਪੇਨ ਹੁੰਦਾ ਵਾਪਸ ਆਉਂਦਾ ਹੈ, ਉਹ ਕਹਿੰਦਾ ਜੀ ਮੇਰਾ ਤੁਸੀਂ ਮਿਸ ਕਰ ਗਏ। ਇਸ ਕਰਕੇ ਕਈ ਵਾਰੀ ਲੋਕਾਂ ਨੂੰ ਮੈਡੀਕਲ ਲੀਗਲ ਇਸ਼ੂ ਕਰਕੇ ਟੈਸਟ ਵੀ ਕਰਵਾਉਣੇ ਪੈਂਦੇ ਨੇ, ਉਹ ਜ਼ਿਆਦਾ ਹੋ ਜਾਂਦਾ ਹੈ ਕਿਉਂਕਿ ਪੇਸ਼ੈਂਟ ਤਾਂ ਕਹਿੰਦੇ ਕਿ ਮੇਰਾ ਟੈਸਟ ਨਹੀਂ ਕਰਾਇਆ ਮਤਲਬ ਕਿ ਤੁਸੀਂ ਡਾਇਗਨੋਸ ਨਹੀਂ ਕੀਤਾ, ਮਤਲਬ ਤੁਸੀਂ ਗਲਤੀ ਕੀਤੀ। ਤਾਂ ਦੇ ਵਾਂਟ ਟੂ ਸੂ, ਕਿਉਂਕਿ ਮੈਂ ਉਹ ਆਪਣੀ ਜਿਹੜੀ ਸੁਸਾਇਟੀ ਹੈਗੀ ਹੈ ਉਹ ਮੈਡੀਕਲ ਲੀਗਲ ਦੇ ਬੇਸ ਦੇ ਉੱਪਰ ਹੈਗੀ, ਉਹ ਕਹਿੰਦੇ ਕਿ ਵੀ ਸੂ ਕਰੋ ਪੇਸ਼ੈਂਟ ਮੈਨੂੰ ਪੈਸੇ ਮਿਲ ਜਾਣਗੇ ਅਤੇ ਆਈ ਵਾਂਟ ਟੂ ਡੂ ਦੈਟ। ਇਸ ਕਰਕੇ ਉਹ ਟੈਸਟ ਜ਼ਰੂਰਤ ਭਾਵੇਂ ਨਾ ਵੀ ਹੋਵੇ ਪਰ ਡਾਕਟਰਸ ਐਮਰਜੈਂਸੀ ਸਿਚੁਏਸ਼ਨ ਵਿੱਚ ਫੋਰਸ ਟੂ ਡੂ ਇਟ ਕਿ ਵੀ ਜ਼ਿਆਦਾ ਕਰਵਾਓ ਆਪਣੇ ਆਪ ਨੂੰ ਸੇਫ ਗਾਰਡ ਕਰਨ ਵਾਸਤੇ। ਠੀਕ ਹੈ ਮਨਜੀਤ ਕੌਰ ਜੀ, ਮੈਡੀਕਲ ਕੇਅਰ ਸਿਸਟਮ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਪਿਛਲੇ ਕੁਝ ਸਾਲਾਂ ਦੌਰਾਨ ਜਾਂ ਜਦੋਂ ਤੋਂ ਤੁਸੀਂ ਮੈਡੀਕਲ ਪ੍ਰੋਫੈਸ਼ਨ ਜੁਆਇਨ ਕੀਤਾ ਅਮਰੀਕਾ ਵਿੱਚ, ਉਦੋਂ ਤੋਂ ਲੈ ਕੇ ਅੱਜ ਤੱਕ ਬਹੁਤ ਸਾਰੀਆਂ ਚੇਂਜਸ ਆਈਆਂ ਹੋਣਗੀਆਂ ਮੈਡੀਕਲ ਕੇਅਰ ਸਿਸਟਮ ਵਿੱਚ। ਤੁਸੀਂ ਕੀ ਸਭ ਤੋਂ ਵੱਡੀ ਚੇਂਜ ਦੇਖਦੇ ਹੋ ਜੋ ਆਮ ਪੇਸ਼ੈਂਟਸ ਲਈ ਬਹੁਤ ਫਾਇਦੇਮੰਦ ਹੈ? ਅੱਜ ਕੱਲ੍ਹ ਮੈਡੀਸਿਨਸ ਵੀ ਕਾਫੀ ਹੋ ਗਈਆਂ ਨੇ, ਪੇਸ਼ੈਂਟਸ ਯੂਜ਼ ਟੂ ਹੈਗੇ ਨੇ ਪੁਰਾਣੀ ਮੈਡੀਸਿਨਸ ਲੈਣ ਵਿੱਚ, ਪਰ ਉਹਨਾਂ ਨੂੰ ਕਨਵਿੰਸ ਕਰਕੇ ਨਵੀਆਂ ਮੈਡੀਸਿਨਸ ਦਾ ਦੱਸਦੇ ਹਾਂ। ਅਤੇ ਨਾਲ ਜਿਸ ਤਰ੍ਹਾਂ ਟੈਸਟ ਦੀ ਗੱਲ ਹੈਗੀ ਹੈ, ਟੈਸਟ ਆਈ ਟੈਂਡ ਟੂ ਨਾਟ ਡੂ ਦੈਟ ਮਚ। ਪਹਿਲੇ ਟਰੀਟਮੈਂਟ ਦੇਈਦਾ ਹੈਗਾ ਹੈ ਕਿ ਬਈ ਉਹਨਾਂ ਨੂੰ ਟਰੀਟ ਕਰ ਲਈਏ, ਜੇ ਠੀਕ ਹੋ ਜਾਂਦੇ ਨੇ ਅਤੇ ਬਟ ਬਹੁਤ ਪੇਸ਼ੈਂਟਸ ਡਿਪੈਂਡੈਂਟ ਹੁੰਦੇ ਨੇ ਕਿ ਨਾ ਦੇ ਆਰ ਯੂਜ਼ ਟੂ ਹੈਵਿੰਗ ਕੁਆਇਟ ਅ ਬਿਟ ਆਫ ਟੈਸਟ ਡਨ, ਅਤੇ ਉਹ ਫਿਰ ਆਪਣੇ ਆਪ ਸਾਡੇ ਵੀ ਮੈਡੀਕਲ ਲੀਗਲ ਦੇਖ ਕੇ ਅਸੀਂ ਟੈਸਟ ਫਿਰ ਕਰਦੇ ਹਾਂ। ਅਤੇ ਚੇਂਜਸ ਜਿਹੜੇ ਦੇਖੇ ਨੇ ਉਹ ਇਹ ਹੀ ਨੇ ਕਿ ਜਿਸ ਤਰ੍ਹਾਂ ਪਹਿਲੇ ਇਤਨਾ ਨਹੀਂ ਹੁੰਦਾ ਸੀਗਾ, ਅਤੇ ਬਿਕੋਜ਼ ਆਫ ਟੈਕਨੋਲੋਜੀ ਆਲਸੋ ਪਹਿਲੇ ਉਹ ਟੈਸਟ ਵੀ ਨਹੀਂ ਹੁੰਦੇ ਸੀਗੇ। ਜਿਸ ਤਰ੍ਹਾਂ ਮੇਲਸ ਦਾ ਪ੍ਰੋਸਟੇਟ ਦੀ ਪ੍ਰੋਬਲਮ ਹੈਗੀ ਹੈ, ਉਸ ਵਾਸਤੇ ਬਲੈਡਰ ਸਕੈਨ ਪਹਿਲੇ ਇਤਨਾ ਅਵੇਲੇਬਲ ਨਹੀਂ ਹੁੰਦਾ ਸੀ, ਹੁਣ ਈਜ਼ੀਲੀ ਅਵੇਲੇਬਲ ਹੈਗਾ ਹੈ। ਐਲਰਜੀ ਟੈਸਟਿੰਗ ਕਰਕੇ ਜਿਸ ਤਰ੍ਹਾਂ ਵਿਚ ਆਈ ਡੂ ਇਨ ਦਾ ਆਫਿਸ ਆਲਸੋ, ਉਹ ਉਹਨਾਂ ਦੀ ਸਾਰੀਆਂ ਪੁਰਾਣੀ ਪ੍ਰੋਬਲਮਸ ਦੇਖ ਕੇ ਕਰਦੇ ਹਾਂ। ਇਸ ਤਰ੍ਹਾਂ ਕਰਕੇ ਇੱਥੇ ਵੀ ਬਹੁਤ ਟੈਕਨੋਲੋਜੀ ਵੀ ਪਹਿਲੇ ਤੋਂ ਐਡਵਾਂਸ ਹੋਈ ਹੈ ਅਤੇ ਵਿਚ ਵੀ ਟਰਾਈ ਟੂ ਯੂਜ਼ ਇਨ ਆਵਰ ਪ੍ਰੈਕਟਿਸ। ਡਾਕਟਰ ਰਣਵੀਰ ਜੀ, ਅਗਰ ਹੈਲਥ ਕੇਅਰ ਸਿਸਟਮ ਦੀ ਅਸੀਂ ਗੱਲ ਕਰੀਏ ਤਾਂ ਤੁਸੀਂ ਕੀ ਆਪਣੇ ਪ੍ਰੋਫੈਸ਼ਨ ਤੋਂ ਸਮਝਦੇ ਹੋ ਕਿ ਹੈਲਥ ਕੇਅਰ ਸਿਸਟਮ ਪੇਸ਼ੈਂਟ ਸਟੈਂਡਰਡ ਹੈ ਜਾਂ ਪ੍ਰੋਫਿਟ ਸਟੈਂਡਰਡ? ਅਮਰੀਕਾ ਵਿੱਚ ਨਾਓ ਇਟ ਇਜ਼ ਬੇਸਡ ਔਨ ਪ੍ਰੋਫਿਟ ਸੈਂਟਰ, ਬਿਕੋਜ਼ ਜ਼ਿਆਦਾਤਰ ਅੰਟਿਲ ਤੁਸੀਂ ਯੂਨੀਵਰਸਿਟੀ ਹਸਪੀਟਲ ਜਾਂਦੇ ਹੋ ਉੱਥੇ ਰੈਜ਼ੀਡੈਂਟਸ ਆਰ ਇਨ ਟ੍ਰੇਨਿੰਗ, ਪਰ ਇਫ ਤੁਸੀਂ ਪ੍ਰਾਈਵੇਟ ਹਸਪੀਟਲ ਜਾਂਦੇ ਹੋ ਉੱਥੇ ਦੇ ਹੈਵ ਟੂ ਮੇਕ ਮਨੀ ਟੂ ਸਰਵਾਈਵ। ਤੋ ਦੈਟਸ ਵਾਈ
I'm not, ਮੈਂ ਇਹ ਨਹੀਂ ਕਹਿਣਾ ਚਾਹੁੰਦਾ ਕਿ ਉਹ ਅਨਨੈਸੈਸਰੀ ਸਰਜਰੀ ਕਰਦੇ ਨੇ ਜਾਂ ਕੁਛ ਹੈ, ਬਟ ਉਹਨਾਂ ਦਾ ਏਮ ਇਹ ਹੁੰਦਾ ਕਿ ਵੀ ਜਿੰਨਾ ਤੁਸੀਂ ਟੈਸਟ ਕਰਕੇ ਕਨਫਰਮ ਕਰ ਸਕੋ, ਪੇਸ਼ੈਂਟ ਆਲਸੋ ਫੀਲ ਸੈਟਿਸਫਾਈਡ ਕਿ ਵੀ ਮੇਰੇ CBC ਕੀਤਾ ਉਹ ਨੋਰਮਲ ਠੀਕ ਆਇਆ, ਉਹਦੇ ਜੋ ਐਲੀਵੇਸ਼ਨ ਹੈਗਾ। ਅੱਛਾ ਫਿਰ ਕੈਟ ਸਕੈਨ ਕੀਤਾ ਅਤੇ ਉਸ ਵਿੱਚ ਮੇਰਾ appendicitis ਆਇਆ, ਗਾਲ ਬਲੈਡਰ ਆਇਆ ਅਤੇ ਮੈਨੂੰ ਸਰਜਰੀ ਦੀ ਲੋੜ ਹੈ, ਅਤੇ ਦੇ ਆਰ ਮੋਰ ਵਿਲਿੰਗ ਟੂ ਡੂ ਇਟ। ਜੇ ਟੈਸਟ ਨਾ ਹੋਵੇ ਤਾਂ ਉਹੀ ਸਰਜਰੀ ਕਰਵਾਉਣੀ ਉਹ ਰਿਫਿਊਜ਼ ਕਰ ਦੇਣਗੇ ਕਿ ਵੀ ਤੁਸੀਂ ਟੈਸਟ ਕੀਤੀ ਨਹੀਂ ਹੈ। ਹੁਣ ਕਈ ਵਾਰੀ ਤੁਸੀਂ ਕਹਿੰਦੇ ਮੇਕ ਏ ਕਲੀਨਿਕਲ ਡਾਇਗਨੋਸਿਸ ਕਿ ਜਿੱਥੇ ਤੁਹਾਨੂੰ ਟੈਸਟ ਕਰਾਉਣ ਦੀ ਲੋੜ ਨਹੀਂ ਹੈ, ਪਰ ਚੂੰਕਿ ਟੈਸਟ ਕਰਨ ਦੇ ਹੁਣ ਉਹਦੇ ਡਬਲ ਐਜ ਸਵਾੜ ਹੈ ਕਿ ਟੈਸਟ ਕਰੋਗੇ ਤਾਂ ਹਸਪੀਟਲ ਨੂੰ ਪ੍ਰੋਫਿਟ ਵੀ ਜ਼ਿਆਦਾ ਹੋਏਗਾ, ਪਰ ਭਾਵੇਂ ਜ਼ਰੂਰਤ ਹੋਵੇ ਨਾ ਹੋਵੇ ਤੁਹਾਡੀ ਕਲੀਨਿਕਲ ਜਜਮੈਂਟ ਦੀ ਉੱਥੇ ਵੈਲਿਊ ਨਹੀਂ ਰਹਿੰਦੀ। ਅਤੇ ਉਸ ਫਿਰ ਇਹ ਹੁੰਦਾ ਨਾ ਕਿ ਵੀ ਤੁਸੀਂ ਟੈਸਟ ਕਿਉਂ ਕਰਵਾ ਰਹੇ, ਜਾਂ ਤੁਸੀਂ ਡਾਇਗਨੋਸ ਕਰ ਲਿਆ ਕਿ ਵੀ ਪੇਸ਼ੈਂਟ appendicitis ਜਾਂ ਗਾਲ ਬਲੈਡਰ ਹੈਗਾ ਅਤੇ ਤੁਹਾਨੂੰ ਟੈਸਟ ਕਰਾਉਣ ਦੀ ਕੀ ਲੋੜ ਹੈਗੀ। ਪਰ ਉੱਥੇ ਪੇਸ਼ੈਂਟ ਦੀ ਸੈਟਿਸਫੈਕਸ਼ਨ ਵਾਸਤੇ ਅਤੇ ਨਾਲ ਫਿਰ ਫਾਈਨੈਂਸ਼ੀਅਲ ਇਨਸੈਂਟਿਵ ਵੀ ਆ ਜਾਂਦਾ ਕਿ ਤੁਸੀਂ ਟੈਸਟ ਕਰੋਗੇ ਅਤੇ ਉਸਦੇ ਬਾਅਦ ਚਾਰਜਸ ਜ਼ਿਆਦਾ ਹੋਣਗੇ, ਅਤੇ ਦੈਟ ਮੇਕਸ ਇਸ਼ੂ ਦੇਅਰ ਕਿ ਵੀ ਤੁਸੀਂ ਕੀ ਕਰੋ ਕੀ ਨਾ ਕਰੋ। ਸੋ ਯੂ ਆਰ ਕਾਟ ਬਿਟਵੀਨ ਬਲੈਕ ਐਂਡ ਵਾਈਟ ਕਿ ਵੀ ਕਿੱਥੇ ਤੁਸੀਂ ਲਾਈਨ ਡਰਾ ਕਰੋ। ਤੇ ਉਸ ਵਿੱਚ ਜ਼ਿਆਦਾਤਰ ਯੂ ਐਂਡ ਅਪ ਮੇਕਿੰਗ ਮਿਸਟੇਕ ਔਨ ਦਾ ਸਾਈਡ ਆਫ ਡੂਇੰਗ ਮੋਰ ਟੈਸਟ ਰਾਦਰ ਦੈਨ ਲੈਸ ਟੈਸਟ। ਬਿਲਕੁਲ ਠੀਕ ਹੈ। ਇੱਥੇ ਇੱਕ ਮੈਂ ਬੜਾ ਇੰਟਰਸਟਿੰਗ ਸਵਾਲ ਕਰਾਂਗਾ ਡਾਕਟਰ ਅਮਨਜੀਤ ਜੀ, ਕਿਉਂਕਿ ਪੇਸ਼ੈਂਟ ਵਿੱਚ ਪੇਸ਼ੈਂਸ ਬੜਾ ਘੱਟ ਹੈ ਅੱਜ ਦੇ ਟਾਈਮ ਵਿੱਚ, ਕਿਉਂਕਿ ਹਰ ਪੇਸ਼ੈਂਟ ਚਾਹੁੰਦਾ ਮੈਂ ਫਟਾਫਟ ਠੀਕ ਹੋ ਜਾ, ਮੈਂ ਆਪਣਾ ਕਾਲਜ ਜੁਆਇਨ ਕਰਾਂ, ਆਪਣਾ ਆਫਿਸ ਜੁਆਇਨ ਕਰਾਂ, ਜਾਂ ਮੈਂ ਆਪਣਾ ਬਿਜ਼ਨਸ ਜੁਆਇਨ ਕਰਾਂ ਤਾਂ ਕਿ ਮੈਂ ਮੰਜੇ 'ਤੇ ਨਾ ਪਿਆ ਰਹਾਂ। ਕਿਸੇ ਕੋਲ ਟਾਈਮ ਨਹੀਂ ਹੈ ਅੱਜ, ਕਿਉਂਕਿ ਹਰ ਕੋਈ ਆਪਣੀ ਇੱਕ ਨਵੀਂ ਦੌੜ ਵਿੱਚ ਦੌੜ ਰਿਹਾ ਹੈ। ਇਸ ਪੇਸ਼ੈਂਸ ਨੂੰ ਕੰਟਰੋਲ ਵਿੱਚ ਕਰਨ ਦੇ ਲਈ, ਪੇਸ਼ੈਂਟ ਦੀ ਬਿਮਾਰੀ ਨੂੰ ਕੰਟਰੋਲ ਵਿੱਚ ਕਰਨ ਦੇ ਲਈ ਟਰਸਟ ਬੜਾ ਜ਼ਰੂਰੀ ਹੈ ਡਾਕਟਰ ਦੇ ਉੱਤੇ। ਜਦੋਂ ਅਸੀਂ ਫੈਮਿਲੀ ਫਿਜ਼ੀਸ਼ੀਅਨ ਦੀ ਗੱਲ ਕਰਦੇ ਹਾਂ ਤਾਂ ਟਰਸਟ ਦੀ ਜਿਹੜੀ ਅਹਿਮੀਅਤ ਸਭ ਤੋਂ ਵੱਡੀ ਆ ਜਾਂਦੀ ਹੈ। ਜਦੋਂ ਅਸੀਂ ਸਰਜਰੀ ਦੀ ਗੱਲ ਕਰਦੇ ਹਾਂ ਤਾਂ ਵੀ ਟਰਸਟ ਦੀ ਸਭ ਤੋਂ ਵੱਡੀ ਗੱਲ ਆ ਜਾਂਦੀ ਹੈ। ਕਿਸ ਤਰ੍ਹਾਂ ਇੱਕ ਪੇਸ਼ੈਂਟ ਦੇ ਨਾਲ ਟਰਸਟ ਬਣਾ ਕੇ ਰੱਖਣਾ ਚਾਹੀਦਾ ਇੱਕ ਡਾਕਟਰ ਨੂੰ? ਉਹ ਦੈਟ ਇਜ਼ ਫਸਟ, ਉਹ ਸਭ ਤੋਂ ਵੱਡਾ ਰੂਲ ਹੈਗਾ ਹੈ ਕਿ ਪੇਸ਼ੈਂਟ ਤੁਹਾਡੇ ਤੋਂ ਸੈਟਿਸਫਾਈ ਹੋ ਕੇ, ਪਹਿਲੀ ਗੱਲ ਜੇ ਉਹ ਸਾਡੇ ਕੋਲ ਆਇਆ ਹੈ ਅਤੇ ਉਹਨੇ ਕੋਈ ਨਾ ਕੋਈ ਰੈਫਰਲ, ਦੈਟਸ ਵਾਟ ਵੀ ਹੈਵ ਸੀਨ ਇਨ ਆਵਰ ਪ੍ਰੈਕਟਿਸ ਆਲਸੋ, ਕਿ ਬਈ ਉਹ ਜਿਹੜੇ ਆਉਂਦੇ ਨੇ ਉਹਨਾਂ ਨੂੰ ਕਿਸੇ ਨੇ ਰੈਫਰ ਕੀਤਾ ਹੈ, ਉਹਨਾਂ ਕੋਲੋਂ ਉਹਨਾਂ ਨੇ ਸੁਣ ਕੇ ਆਏ ਨੇ ਅਤੇ ਉਹਨਾਂ ਨੂੰ ਪਹਿਲੇ ਤੋਂ ਸ਼ੁਰੂ ਤੋਂ ਹੈਗਾ ਕਾਫੀ ਟਰਸਟ ਹੈਗਾ ਤਾਂ ਹੀ ਉਹ ਆਏ ਨੇ। ਪਰ ਫਿਰ ਅੱਗੋਂ ਸਾਡਾ ਵੀ ਹੁੰਦਾ ਹੈ ਕਿ ਉਹਨਾਂ ਦੇ ਜਿਹੜੇ ਕੁਐਸਚਨਸ ਹੈਗੇ ਨੇ ਉਹਨਾਂ ਨੂੰ ਅਸੀਂ ਪੂਰਾ ਧਿਆਨ ਨਾਲ ਦੇ ਕੇ ਉਹਨਾਂ ਨੂੰ ਚੋਇਸ ਦਈਏ ਕਿ ਵੀ ਤੁਸੀਂ ਪੂਰਾ ਸਮਝਾ ਸਕੀਏ ਉਹਨਾਂ ਨੂੰ, ਅਤੇ ਫਿਰ ਉਹ ਟਰਸਟ ਬਣਦਾ ਹੈ ਤਾਂ ਹੀ ਉਹ ਫਿਰ ਉਹ ਕੰਟੀਨਿਊ ਕਰਦੇ ਨੇ। ਫੋਰ ਐਗਜ਼ਾਮਪਲ ਸਾਡੇ ਜਿਸ ਤਰ੍ਹਾਂ ਫਸਟ ਪੇਸ਼ੈਂਟ ਹੂ ਕੇਮ, ਸ਼ੀ ਵਾਂਟਡ ਟੂ ਹੈਵ ਫੁੱਲ ਫਿਜ਼ੀਕਲ ਡਨ, ਕਿਉਂਕਿ ਸਾਡੇ ਉਸ ਵਿੱਚ ਕੋਈ ਡਾਕਟਰ ਨਹੀਂ ਸੀਗਾ ਜਿੱਥੇ ਆਈ ਸਟਾਰਟਡ ਮਾਈ ਪ੍ਰੈਕਟਿਸ, ਅਤੇ ਉਹਨੇ ਉਸੀ ਟਾਈਮ ਆਪਣੀ ਸਾਰੀ ਫੈਮਿਲੀ ਨੂੰ ਪਹਿਲੇ ਜਾ ਕੇ ਆਪਣੀ ਗ੍ਰੈਂਡ ਡਾਟਰ ਨੂੰ ਲੈ ਕੇ ਆਈ, ਉਹਨੂੰ ਸੈਟਿਸਫੈਕਸ਼ਨ ਦੈਟ showed me ਕਿ she was very happy and had trust in me। ਉਹਨੇ ਆਪਣੀ ਸਾਰੀ ਫੈਮਲੀਜ਼, ਉਹਦੇ ਆਪਣੇ ਬ੍ਰਦਰਸ ਨੂੰ, ਸਾਰੀ ਫੈਮਲੀਜ਼ ਨੂੰ ਭੇਜਿਆ, ਅਤੇ ਉਹ ਟਰਸਟ ਇਸ ਤਰ੍ਹਾਂ ਹੀ ਬਹੁਤ ਸਾਡਾ ਇੱਥੇ ਸ਼ੁਰੂ ਵਿੱਚ ਸਾਨੂੰ ਇਹੀ ਲੱਗਦਾ ਸੀਗਾ, ਬੀਇੰਗ ਅ ਫੋਰਨਰ, ਬੀਇੰਗ ਅ ਫੀਮੇਲ ਫਿਜ਼ੀਸ਼ੀਅਨ, ਹਾਊ ਦ ਕਮਿਊਨਿਟੀ ਵਿਲ ਟੇਕ ਅਸ। ਜ਼ਿਆਦਾ ਸਾਡੇ ਪੇਸ਼ੈਂਟਸ ਅਮਰੀਕਨ ਨਹੀਂ ਹਨ ਸਾਰੇ ਪੇਸ਼ੈਂਟਸ, ਅਤੇ ਉਹ ਸਾਰਿਆਂ ਨੇ ਦੇ ਐਕਸੈਪਟਡ ਵੈਰੀ ਵੈਲ ਐਂਡ ਦੇ ਟੇਕ ਵੈਰੀ ਪੋਜ਼ੀਟਿਵ ਕਿ ਸਾਡੇ 'ਤੇ ਟਰਸਟ ਕਰਕੇ ਹੈ, ਉਹਨਾਂ ਨੂੰ ਬਹੁਤ ਹੈਗਾ ਹੈ ਟਰਸਟ। ਠੀਕ ਹੈ ਡਾਕਟਰ ਰਣਵੀਰ ਜੀ, ਇੱਥੇ ਇੱਕ ਮੈਂ ਤੁਹਾਡੇ ਤੋਂ ਇੱਕ ਪਰਸਨਲ ਸਵਾਲ ਜ਼ਰੂਰ ਕਰਾਂਗਾ। ਤਕਰੀਬਨ 40 ਸਾਲ ਹੋ ਗਏ ਤੁਹਾਨੂੰ ਇੱਥੇ ਪ੍ਰੈਕਟਿਸ ਕਰਦੇ ਹੋਏ, ਵੱਖ-ਵੱਖ ਹਸਪੀਟਲਸ ਵਿੱਚ ਜਾਂਦੇ ਹੋਏ, ਸਰਜਰੀਜ਼ ਕਰਦੇ ਹੋਏ, ਫੋਰਨ ਜਿਹੜੇ ਇੱਥੇ ਵਾਈਟ ਨੇ ਜਾਂ ਬਲੈਕ ਨੇ ਉਹਨਾਂ ਦਾ ਟਰੀਟਮੈਂਟ ਕਰਦੇ ਹੋਏ, ਅੱਜ ਤੁਸੀਂ ਸਿਟੀਜ਼ਨ ਵੀ ਹੋ ਚੁੱਕੇ ਹੋ, ਅੱਜ ਵੀ ਤੁਹਾਨੂੰ ਲੱਗਦਾ ਕਿ ਤੁਸੀਂ ਇਮੀਗ੍ਰੈਂਟ ਹੋ ਇੱਥੇ? ਮੇਰੀ ਦੀ ਸਾਰੀ ਉਮਰ ਇੱਥੇ ਨਿਕਲੀ ਅਤੇ ਆਈ ਡੋਂਟ ਫੀਲ ਕਿ ਆਈ ਐਮ ਇਮੀਗਰੈਂਟ, ਮੋਰ ਟਿਊਨ ਟੂ ਬੀਇੰਗ ਅਮੈਰੀਕਨ। ਸਗੋਂ ਮੈਨੂੰ ਇੰਡੀਆ ਜਾ ਕੇ ਆਊਟ ਫੀਲਿੰਗ ਹੁੰਦੀ ਹੈ ਕਿ ਵੀ ਮੈਂ ਨਵੀਂ ਥਾਂ 'ਤੇ ਆਇਆ ਕਿ ਹਾਊ ਟੂ ਸਰਵਾਈਵ ਦੇਅਰ। ਮੈਨੂੰ ਇੱਥੇ ਸਰਵਾਈਵ ਕਰਨਾ, ਜੇ ਐਸ਼ਵਰੋ ਤੋਂ ਨਿਊਯਾਰਕ ਮੂਵ ਹੋ ਜਾਈਏ ਜਾਂ ਹਿਊਸਟਨ ਚਲੇ ਜਾਈਏ, ਵੈਸਟ ਕੋਸਟ ਚਲੇ ਜਾਈਏ, ਉੱਥੇ ਨਹੀਂ ਪ੍ਰੋਬਲਮ ਨਹੀਂ ਆਏਗੀ ਜਿੰਨੀ ਕਿ ਮੈਨੂੰ ਇੱਥੋਂ ਦਿੱਲੀ ਜਾਂ ਬੰਬੇ ਜਾ ਕੇ ਪ੍ਰੋਬਲਮ ਆਏਗੀ, ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਮੈਂ ਬੰਬੇ ਜਾਵਾਂ ਅਤੇ ਉੱਥੇ ਐਡਜਸਟ ਹੋ ਸਕਾਂਗਾ, ਕਿਉਂਕਿ ਜਿਹੜੇ ਕਲਚਰਲ ਡਿਫਰੈਂਸ 50-40 ਸਾਲ ਦਾ ਹੈਗਾ ਹੈ ਉਹ ਉਸ ਨੂੰ ਹਟਾਉਣਾ ਬੜਾ ਮੁਸ਼ਕਿਲ ਹੋ ਜਾਏਗਾ। ਅਤੇ ਇਸ ਕਰਕੇ ਮੈਨੂੰ ਇੱਥੇ ਤੇ ਆਈ ਡੋਂਟ ਥਿੰਕ ਕਿ ਮੈਨੂੰ ਲੱਗਦਾ ਕਿ ਆਈ ਐਮ ਇਮੀਗਰੈਂਟ। ਯੈਸ, ਸੋਸ਼ਲੀ ਹੁੰਦਾ ਹੈ ਕਿ ਬਿਕਾਜ਼ ਯੂ ਆਰ ਏ ਮਾਈਨੋਰਿਟੀ
ਤੇ ਮਾਈਨੋਰਿਟੀ ਕਰਕੇ ਤੁਸੀਂ ਉਹ ਤੇ ਡਿਫਿਕਲਟੀਜ਼ ਫੇਸ ਕਰੋਗੇ ਭਾਵੇਂ ਕਿੱਥੇ ਰਹੋ। ਤੇ ਉਹ ਤੇ ਇਸ ਕਰਕੇ ਮੈਂ ਕਹਿੰਦਾ ਕਿ ਜਦੋਂ ਮੈਂ ਇੰਦੌਰ ਰਿਹਾ, ਇੰਦੌਰ ਵਿੱਚ ਮੇਰੇ ਫਾਦਰ ਨੇ ਮੈਨੂੰ ਸਕੂਲ ਪਾਇਆ ਜਿੱਥੇ ਆਈ ਵਾਜ਼ ਦ ਫਸਟ ਸਿੱਖ ਸਟੂਡੈਂਟ ਜੀ। ਤੇ ਉੱਥੇ ਆਈ ਵਾਜ਼ ਟ੍ਰੀਟਡ ਜਸਟ ਲਾਈਕ ਕਿ ਫੋਰਨ ਕਿ ਕੌਣ ਬੰਦਾ ਹੈਗਾ ਜਿਹੜਾ ਕਿ ਵਾਲਾ ਹੈਗਾ ਵਾਲ ਨਹੀਂ ਕੱਢਦਾ ਹੈਗਾ, ਜੈਨ ਸਕੂਲ ਵਿੱਚ ਸੀਗਾ। ਤੇ ਆਈ ਫੇਸ ਦੈਟ ਡਿਸਕ੍ਰਿਮੀਨੇਸ਼ਨ ਲਿਟਲ ਬਿਟ ਦੇਅਰ ਆਲਸੋ ਗਰੋਇੰਗ ਅਪ ਵੈਨ ਆਈ ਵਾਜ਼ ਇਨ ਸਕੂਲ, ਬਟ ਜਸਟ ਕਾਲਜ ਗਿਆ ਤਾਂ ਨਹੀਂ ਫੀਲ ਕੀਤਾ। ਬਟ ਜਦ ਤੱਕ ਜੈਨ ਸਕੂਲ ਸੀਗੇ ਤਾਂ ਆਈ ਫੈਲ ਦੈਟ ਠੀਕ ਹੈ ਮੇਰੇ ਫਰੈਂਡਸ ਨੇ ਕੋਈ ਐਸਾ ਟੀਚ ਨਹੀਂ ਕੀਤਾ, ਬਟ ਯੂ ਕੈਨ ਫੀਲ ਕਿ ਵੀ ਯੂ ਆਰ ਫੀਲਿੰਗ ਡਿਫਰੈਂਟ। ਇੱਥੇ ਥੋੜ੍ਹਾ ਜਰਾ ਜ਼ਿਆਦਾ obvious ਹੈਗਾ being a discrimination because people are Christians, and if you're not a Christian they feel that you are not worth living or anything unless you're a Christian. You're like Muslims, so ਕਹਿੰਦੇ ਨੇ ਕਿ ਜੇ ਤੁਸੀਂ ਮੁਸਲਮਾਨ ਹੋ you don't have the right to live. The Christians don't have that bad, but they also got the feeling ਕਿ ਇੱਕ ਵਾਰੀ ਮੇਰੇ ਨਾਲ ਇੱਕ ਆਪਰੇਟਿੰਗ ਰੂਮ ਵਿੱਚ ਨਰਸ ਆ ਗਈ, ਮੈਨੂੰ ਕਹਿੰਦੀ ਡਾਕਟਰ ਚਿਰਿਆ ਆਪ ਰੀਡ ਦ ਬਾਈਬਲ। ਮੈਂ ਕਿਹਾ ਆਈ ਹੈਵ ਰੈਡ ਦ ਬਾਈਬਲ, ਵਾਟ ਇਜ਼ ਦੇਅਰ ਟੂ ਰੀਡ ਦੇਅਰ? ਕਹਿੰਦਾ ਯੂ ਸ਼ੁਡ ਰੀਡ ਇਟ ਦੇਅਰ ਐਵਰੀ ਡੇ, ਇਫ ਯੂ ਡੋਂਟ ਰੀਡ ਇਟ ਯੂ ਵਿਲ ਗੋ ਟੂ ਹੈਲ। ਓਕੇ। ਤੇ ਮੈਂ ਕਿਹਾ ਅੱਛਾ ਇਫ ਰੀਡ ਇਟ ਵਾਟ ਵਿਲ ਹੈਪਨ ਦੈਨ ਯੂ ਵਿਲ ਗੋ ਟੂ ਹੈਵਨ। ਮੈਂ ਕਿਹਾ ਯੂ ਨੋ ਵੇਅਰ ਦ ਹੈਲ ਇਜ਼? ਉਹ ਕਹਿੰਦੀ ਯੈਸ ਇਟ ਇਜ਼ ਬਿਲੋ ਦ ਅਰਥ। ਮੈਂ ਕਿਹਾ you know earth is round, if you dig the hole you will go on the other side in China, ਤੇ ਮੈਂ ਕਿਹਾ it is in between hell। ਅੱਛਾ ਮੈਂ ਕਿਹਾ okay where is the heaven? ਤੇ ਉਹ ਕਹਿੰਦੀ ਕਿ heaven is above the sky। ਮੈਂ ਕਿਹਾ you know we have sent a rocket to moon also and beyond, where is it? Oh it is beyond that। ਜਿਹੜੇ ਬੰਦਿਆਂ ਨੂੰ ਇੰਨੀ ਅਕਲ ਹੈਗੀ ਉਹਨਾਂ ਨਾਲ ਤੁਸੀਂ ਆਰਗੂ ਨਹੀਂ ਕਰ ਸਕਦੇ। ਬੈਸਟ ਇਜ਼ ਟੂ ਅਵੋਇਡ them, and you will always meet some people like that ਕਿ they would talk nonsense like that, they are not educated। but ਜਿਹੜੇ educated Christian, but they also sometimes feel they don't talk like that, but they feel oh you should be Christian। ਤਾਂ ਉਹ ਸਭ ਤੁਸੀਂ ਕੁਛ ਕਰ ਨਹੀਂ ਸਕਦੇ ਉਹਦੇ ਜਿੱਥੇ when you are in minority you have to face the ਕਿਉਂਕਿ ਕਿਸੇ ਦੀ ਜਿੱਥੇ ਮੈਂਟੈਲਿਟੀ ਸੈੱਟ ਹੋ ਚੁੱਕੀ ਹੈ ਉਸ ਤੋਂ ਚੇਂਜ ਕਰਨਾ ਬੜਾ ਮੁਸ਼ਕਿਲ ਹੈ। ਬਿਲਕੁਲ ਡਾਕਟਰ ਮਨਜੀਤ ਜੀ, ਇੱਥੇ ਤੁਹਾਡੇ ਤੋਂ ਮੈਂ ਜ਼ਰੂਰ ਸਵਾਲ ਕਰਾਂਗਾ, ਜਿਵੇਂ ਡਾਕਟਰ ਸਾਹਿਬ ਦੱਸ ਰਹੇ ਨੇ ਉਹਨਾਂ ਦੀ ਸਾਰੀ ਸਟੱਡੀ ਇੰਦੌਰ ਤੋਂ ਹੈ, ਤੁਹਾਡੇ ਬਾਰੇ ਜਿੰਨਾ ਮੈਂ ਜਾਣਦਾ ਤੁਸੀਂ ਰਾਜਸਥਾਨ ਤੋਂ ਬਿਲੋਂਗ ਕਰਦੇ ਹੋ। ਇੱਕ ਜਦੋਂ ਫੀਮੇਲ ਵਿਆਹ ਕਰਕੇ ਆਪਣੇ ਸਹੁਰੇ ਘਰ ਜਾਂਦੀ ਹੈ ਤਾਂ ਬਹੁਤ ਕੁਝ ਉਸਨੂੰ ਚੇਂਜ ਦਾ ਸਾਹਮਣਾ ਕਰਨਾ ਪੈਂਦਾ ਹੈ ਕਿ ਉਸਨੂੰ ਸਾਰਾ ਕੁਝ ਚੇਂਜ ਮਿਲਦਾ ਹੈ। ਪਰ ਤੁਹਾਡਾ ਵਿਆਹ ਅਮਰੀਕਾ ਵਿੱਚ ਹੋਇਆ ਜਾ ਕੇ, ਰਾਜਸਥਾਨ ਤੋਂ ਅਮਰੀਕਾ ਦਾ ਸਫ਼ਰ ਦੀ ਗੱਲ ਕਰੀਏ ਤਾਂ ਬਹੁਤ ਕੁਝ ਲਾਈਫ ਸਡਨਲੀ ਚੇਂਜ ਹੋਈ ਹੋਏਗੀ, ਜੋ ਕਿ ਤੁਸੀਂ ਸੁਪਨੇ ਦੇਖੇ ਸੀ ਕਿ ਉਸੇ ਤਰ੍ਹਾਂ ਦਾ ਸੁਪਨਾ ਉਸੇ ਤਰ੍ਹਾਂ ਦਾ ਅਮਰੀਕਾ ਸੁਪਨਿਆਂ ਵਿੱਚ ਜੋ ਦਿਖਦਾ ਸੀ ਉਹੀ ਮਿਲਿਆ ਤੁਹਾਨੂੰ? ਸ਼ੁਰੂ ਵਿੱਚ ਥੋੜਾ ਐਡਜਸਟਮੈਂਟ ਵਿੱਚ ਟਾਈਮ ਲੱਗਦਾ ਹੈਗਾ ਤੇ ਬਟ ਹੀ ਵਾਜ਼ ਆਲਰੇਡੀ ਸੈਟਲਡ, ਹੀ ਹੈਡ ਕਮ ਬਿਫੋਰ ਡਾਕਟਰ ਚੇਜਾ, ਤੇ ਇਸ ਕਰਕੇ ਮੈਨੂੰ ਬਹੁਤ ਜ਼ਿਆਦਾ ਨਹੀਂ ਹੋਇਆ। ਪਲੱਸ ਮੈਨੂੰ ਕੌਨਸਨਟ੍ਰੇਸ਼ਨ ਸੀਗਾ ਕਿ ਮੈਂ ਆ ਕੇ ਆਪਣੀ ਜਿਹੜੀ ਟ੍ਰੇਨਿੰਗ ਲੈਣੀ ਹੈ ਉਹਦੀ ਸਟੱਡੀ ਕਰਨੀ ਹੈ, ਅਤੇ ਬਹੁਤ ਬਿਜ਼ੀ ਸੀਗੇ। ਆਈ ਵਾਜ਼ ਸਟੱਡਿੰਗ ਅਤੇ ਫਿਰ ਐਗਜ਼ਾਮ ਲਿਆ ਕੇ ਫਿਰ ਉਸ ਤੋਂ ਬਾਅਦ ਰੈਜ਼ੀਡੈਂਸੀ ਕੀਤੀ, ਇੰਡੀਆ ਤੋਂ ਗਾਇਨੀ ਕੀਤੀ ਸੀ, ਅਤੇ ਇੱਥੇ ਆ ਕੇ ਫਿਰ ਜਾਰਜ ਟਾਊਨ ਪ੍ਰੋਗਰਾਮ ਵਿੱਚ ਜਾ ਕੇ ਇੰਟਰਨਲ ਮੈਡੀਸਿਨ ਕੀਤੀ। ਫਿਰ ਸੋ ਇਤਨਾ ਮੁਸ਼ਕਿਲ ਨਹੀਂ ਹੋਇਆ, ਪਰ ਹੁੰਦਾ ਹੀ ਹੈ ਕਿ ਇੱਕ ਘਰ ਤੋਂ ਤੁਸੀਂ ਦੂਸਰੇ ਪਾਸੇ ਜਾ ਰਹੇ ਹੋ, ਨਾਲ ਇੱਕ ਤਾਂ ਤੁਹਾਡਾ ਕੰਟਰੀ ਹੋਰ ਚੇਂਜ ਹੋ ਰਹੀ ਹੈ ਔਰ ਹਰ ਕੰਟਰੀ ਦਾ ਹੁੰਦਾ ਹੈ। ਪਰ ਬਿਕਾਜ਼ ਵੀ ਹੈਡ ਐਜੂਕੇਸ਼ਨ, ਇੰਗਲਿਸ਼ ਸਪੀਕਿੰਗ ਸ਼ੁਰੂ ਤੋਂ ਕਨਵੈਂਟ ਸਕੂਲ ਵਿੱਚ ਗਏ ਹਾਂ ਅਤੇ ਕੋਈ ਪ੍ਰੋਬਲਮ ਇਹ ਜਿਹੀਆਂ ਨਹੀਂ ਆਈਆਂ, ਅਤੇ ਐਡਜਸਟਮੈਂਟ ਵਿੱਚ ਬਹੁਤ ਜ਼ਿਆਦਾ ਇਸ ਤਰ੍ਹਾਂ ਪ੍ਰੋਬਲਮ ਨਹੀਂ ਹੋਈਆਂ, ਕਿਉਂਕਿ ਮੈਡੀਕਲ ਪ੍ਰੋਫੈਸ਼ਨ ਵਿੱਚ ਜਿਉਂ ਅੱਗੇ ਅੱਗੇ ਜਾਂਦੇ ਗਏ, ਇਮੀਡੀਏਟਲੀ ਆਫਟਰ ਫਿਨਿਸ਼ਿੰਗ ਰੈਜ਼ੀਡੈਂਸੀ ਫਿਰ ਮੈਂ ਆਪਣੀ ਪ੍ਰੈਕਟਿਸ ਵਾਸਤੇ ਲੱਗ ਗਈ, ਅਤੇ ਪ੍ਰੈਕਟਿਸ ਵਿੱਚ ਪੀਪਲ ਹੈਡ ਐਕਸੈਪਟਡ ਵੈਰੀ ਵੈਲ, ਐਂਡ ਆਈ ਐਮ ਸਟਿਲ ਵਰਕਿੰਗ ਐਂਡ ਹੈਵ ਫੁੱਲ ਪ੍ਰੈਕਟਿਸ। ਬਹੁਤ ਵਧੀਆ ਗੱਲ ਹੈ। ਡਾਕਟਰ ਸਾਹਿਬ, ਜਦੋਂ ਬੈਚਲਰ ਦੀ ਜ਼ਿੰਦਗੀ ਅਲੱਗ ਹੈ, ਲੇਕਿਨ ਜਦੋਂ ਬੰਦਾ ਵਿਆਹ ਹੋ ਜਾਂਦਾ ਤਾਂ ਜ਼ਿੰਮੇਵਾਰੀਆਂ ਦਾ ਜਿਹੜਾ ਬੋਝ ਹੈ ਨਾ ਉਹ ਕੰਧੇ ਥੋੜ੍ਹਾ ਜਿਹਾ ਟਾਈਟ ਵੀ ਕਰ ਦਿੰਦਾ, ਮੋਢੇ ਟਾਈਟ ਕਰ ਦਿੰਦਾ। ਪਰ ਤੁਸੀਂ ਆਪਣੀ ਲਾਈਫ ਨੂੰ ਕਿਸ ਤਰ੍ਹਾਂ ਸੰਭਾਲਿਆ, ਕਿਉਂਕਿ ਤੁਸੀਂ ਦੋਨੋਂ ਡਾਕਟਰ ਹੋ ਔਰ ਡਾਕਟਰ ਦਾ ਪ੍ਰੋਫੈਸ਼ਨ 24/7 ਹੁੰਦਾ ਹੈ, ਕਦੇ ਵੀ ਕੋਈ ਕਾਲ ਆ ਸਕਦੀ ਹੈ, ਕੋਈ ਪੇਸ਼ੈਂਟ ਦਾ ਕਾਲ ਆ ਸਕਦੀ ਹੈ, ਬਟ ਫੈਮਿਲੀ ਨੂੰ ਸੰਭਾਲਣਾ ਵੀ ਬੜਾ ਜ਼ਰੂਰੀ ਹੈ। ਜਦੋਂ ਬੱਚੇ ਹੁੰਦੇ ਹਨ, ਬੱਚਿਆਂ ਨੂੰ ਰੇਜ਼ ਕਰਨਾ ਆਪਣੇ ਕਲਚਰ ਵਿੱਚ, ਆਪਣੀ ਸਿੱਖੀ ਵਿੱਚ, ਔਰ ਡੈਫੀਨੇਟਲੀ ਗੱਲ ਹੈ ਇੱਕ ਚੰਗੇ ਸੰਸਕਾਰ ਦੇਣਾ ਬੜਾ ਜ਼ਰੂਰੀ ਹੁੰਦਾ। ਹਰ ਪੇਰੈਂਟਸ ਦਾ ਸੁਪਨਾ ਵੀ ਹੁੰਦਾ ਕਿ ਮੇਰੇ ਬੱਚੇ ਹਰ ਬੈਟਰ ਤੋਂ ਬੈਟਰ ਉਹਨਾਂ ਨੂੰ ਖਾਣ ਦੀ ਚੀਜ਼ ਮਿਲੇ, ਬੈਟਰ ਸੰਸਕਾਰ ਮਿਲਣ, ਆਪਣੀ ਗੁਰਸਿੱਖੀ ਵਿੱਚ ਵੀ ਕਾਇਮ ਰਹਿਣ। ਤੁਸੀਂ ਕਿਸ ਤਰ੍ਹਾਂ ਦੇਖਦੇ ਸੀ ਆਪਣੀ ਫੈਮਿਲੀ ਨੂੰ ਔਰ ਕਿਸ ਤਰ੍ਹਾਂ ਡਿਵਾਈਡ ਕਰਦੇ ਸੀ ਕੰਮ?
ਇਸ 'ਚ ਬੇਸਿਕਲੀ ਜ਼ਿਆਦਾ ਕੰਟਰੀਬਿਊਸ਼ਨ ਤੇ ਇਹਨਾਂ ਦਾ ਹੈਗਾ ਕਿ ਘਰ ਵੀ ਬੱਚਿਆਂ ਨੂੰ ਸਮਝਾਉਣਾ ਪੜ੍ਹਾਉਣਾ ਸਿੱਖੀ ਸਿਖਾਉਣਾ ਉਹ ਇਹਨਾਂ ਦਾ ਰੋਲ ਜ਼ਿਆਦਾ ਸੀਗਾ। ਮੇਰਾ ਰੋਲ ਇਹਦੇ ਵਿੱਚ ਇਹ ਸੀਗਾ ਕਿ ਵੀ ਬਾਹਰ ਜਾ ਕੇ ਸ਼ਾਪਿੰਗ ਕਰਨੀ ਹੈ, ਸਮਾਨ ਲਿਆਉਣਾ ਹੈ, ਬੱਚਿਆਂ ਨੂੰ ਕੁਝ ਕਰਨਾ ਹੈ ਕਿ ਦੈਟ ਵਾਸ ਮੋਰ ਇਨ ਮਾਈ ਲਾਈਨ। ਸ਼ੀ ਵਾਜ਼ ਵਰਕਿੰਗ, ਆਈ ਐਮ ਵਰਕਿੰਗ। ਸਾਡੇ ਕੋਲ ਇਹ ਜਿਹਾ ਡਿਸਟਰੀਬਿਊਸ਼ਨ ਨਹੀਂ ਸੀਗਾ ਕਿ ਵੀ ਇਹ ਕੰਮ ਲੇਡੀਜ਼ ਦਾ ਹੈਗਾ ਅਤੇ ਬੰਦਾ ਨਹੀਂ ਕਰਦਾ ਅਤੇ ਬੰਦਿਆਂ ਦਾ ਕੰਮ ਹੈ ਅਤੇ ਲੇਡੀਜ਼ ਹੀ ਕਰਦੇ। ਵੀ ਡਿਡਨਟ ਹੈਵ ਦੈਟ ਕਾਈਂਡ ਆਫ ਅੰਡਰਸਟੈਂਡਿੰਗ ਵੀ ਜੋ ਕਰ ਸਕਦਾ ਹੈ ਅਤੇ ਵੀ ਆਟੋਮੈਟਿਕਲੀ ਐਡਜਸਟਡ ਅਵਰਸੈਲਵਸ ਕਿ ਵੀ ਕੌਣ ਕੀ ਕਰੇਗਾ ਵਿਦਾਊਟ ਐਨੀ discussion कि नहीं ये तेरा काम है ये मेरा काम है। we never had that kind of argument भी जो कर सकते हैं बच्चा वास्ते सारा करो। ਜੀ ਇਹ ਸਵਾਲ ਡਾਕਟਰ ਮਨਜੀਤ ਜੀ ਤੁਹਾਡੇ ਤੋਂ ਕਰਨਾ ਚਾਹਾਂਗਾ ਕਿਉਂਕਿ ਇੱਕ ਮਾਂ ਦਾ ਰੋਲ ਜਿਹੜਾ ਹੁੰਦਾ ਉਹ ਬਹੁਤ ਅਹਿਮ ਹੁੰਦਾ ਘਰ ਵਿੱਚ, ਪਰ ਜਦੋਂ ਮਾਂ ਵਰਕਿੰਗ ਵੂਮਨ ਹੋਵੇ ਤਾਂ ਹੋਰ ਵੀ ਉਸ ਉੱਤੇ ਪ੍ਰੈਸ਼ਰ ਬਹੁਤ ਜ਼ਿਆਦਾ ਆ ਜਾਂਦੇ ਆ। ਆਈ ਡੈਫੀਨਿਟਲੀ ਮੈਨੂੰ ਬਹੁਤ ਹੁੰਦਾ ਸੀਗਾ ਕਿ ਪ੍ਰੋਫੈਸ਼ਨਲੀ ਕੰਟੀਨਿਊ ਕਰ ਰਹੇ ਹਾਂ, ਪਰ ਜਦ ਡਿਸਾਈਡ ਕੀਤਾ ਹੈ ਇਸ ਲਈ ਮੈਂ ਆਪਣੇ ਗਾਇਨੀਕੋਲੋਜਿਸਟ ਤੋਂ ਇੰਟਰਨਲ ਮੈਡੀਸਿਨ ਵਿੱਚ ਗਈ ਸੀ। ਦੈਟ ਡਿਸੀਜਨ ਵਾਸ ਮਾਈ ਡਿਸੀਜਨ ਕਿ ਗਾਇਨੀ ਵਿੱਚ ਨਾਈਟਸ ਵਿੱਚ ਵੀ ਬਹੁਤ ਜਾਣਾ ਪੈਂਦਾ ਹੈ। ਡਿਲੀਵਰੀਜ਼ ਹੈਪਨ ਮੋਰ ਐਟ ਨਾਈਟ which I was doing in India, ਪਰ ਇੱਥੇ ਆ ਕੇ ਫਿਰ ਇਹ ਲੱਗਿਆ ਕਿ we would like to have children and family ਤੇ ਸੁਸਾਇਟੀ ਵਿੱਚ ਵੀ ਤੁਸੀਂ ਆਪ ਇੰਡੀਆ ਤੇ ਪੇਰੈਂਟਸ ਦੇ ਨਾਲ ਹੋਰ ਬਹੁਤ ਰਿਲੇਟਿਵਸ ਹੁੰਦੇ ਨੇ, ਇੱਥੇ ਤੁਸੀਂ ਆਪ ਐਸਟੈਬਲਿਸ਼ ਕਰਨਾ ਹੈ, ਫਰੈਂਡਸ ਵੀ ਤੁਹਾਨੂੰ ਆਪ ਬਣਾਉਣੇ ਨੇ, ਸੋਸ਼ਲੀ ਵੀ ਤੁਹਾਨੂੰ ਰੱਖਣਾ ਹੈ। ਸੋ ਬਹੁਤ ਬਿਜ਼ੀ ਸੀਗਾ ਅਤੇ ਬੱਚਿਆਂ ਨੂੰ ਆਈ ਹੈਡ ਵਿਜ਼ਨ ਕਿ ਨਾ ਬਿਕਾਜ਼ ਆਈ ਵਾਜ਼ ਵੈਰੀ ਸਟਰੋਂਗ ਇਨ ਸਿੱਖਿਜ਼ਮ ਐਂਡ ਆਈ ਬਿਲੀਵਡ ਇਨ ਦੈਟ, ਅਤੇ ਬੱਚਿਆਂ ਨੂੰ ਵੀ ਪੂਰੀ ਜਿਤਨਾ ਆਪਣੀ ਤਰਫੋਂ ਕਰ ਸਕਦੇ ਹਾਂ। ਸੋ ਫਿਰ ਅਸੀਂ ਬੱਚੇ ਸਾਡੇ 2 ਬੱਚੇ ਹੈਗੇ ਅਤੇ ਦੋਨਾਂ ਨੂੰ ਅਸੀਂ ਪੰਜਾਬੀ ਵੀ ਪੂਰੀ ਸਿਖਾਈ, ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਵੀ ਲੜ ਲਾਇਆ ਅਤੇ ਕੀਰਤਨ, ਕਿਉਂਕਿ ਮੈਂ ਵੀ ਕੀਰਤਨ ਕਰਦੀ ਹਾਂ ਅਤੇ ਉਹਨਾਂ ਨੂੰ ਕੀਰਤਨ ਵੀ ਸਿਖਾਇਆ, ਦੋਨੋਂ ਨੂੰ ਆਉਂਦਾ ਹੈ। ਫਿਰ ਆਈ ਵਾਜ਼ ਕੈਂਪ ਡਾਇਰੈਕਟਰ ਫॉर ਸੈਵਰਲ ਈਅਰਸ ਅਤੇ ਉਸ ਵਿੱਚ ਡਾਕਟਰ ਸਾਹਿਬ ਨੇ ਵੀ ਪੂਰਾ ਮੈਨੂੰ ਹੈਲਪ ਕੀਤੀ। ਪਰ ਅਸੀਂ ਫਿਰ ਬੱਚੇ ਆਉਂਦੇ ਸੀਗੇ, ਕੋਈ ਬੱਚਾ ਫਲੋਰੀਡਾ ਤੋਂ ਆਇਆ ਹੋਇਆ ਹੈ, ਕੋਈ ਡਿਫਰੈਂਟ ਸਟੇਟਸ ਤੋਂ ਵੀ ਆਉਂਦੇ ਸੀਗੇ ਅਤੇ ਉਹਦਾ ਵੀ ਕੰਮ ਕੀਤਾ। ਫਿਰ ਆਈ ਵਾਜ਼ ਇਨਵੋਲਵਡ ਸੋਸ਼ਲੀ ਆਲਸੋ, ਇੰਟਰਫੇਥ ਦੇ ਵਿੱਚ ਬਹੁਤ ਐਕਟਿਵ ਸੀਗੀ, ਉਸ ਵਿੱਚ ਵੀ ਕਾਫੀ ਕੁਛ ਕੰਮ ਕੀਤਾ ਜਿਤਨਾ ਸੋਸ਼ਲ ਵਰਕ ਵਾਸਤੇ, ਅਤੇ ਘਰ ਵੀ ਬੱਚਿਆਂ ਨੂੰ। ਪਰ ਆਈ ਹੈਡ ਫੁੱਲ ਟਾਈਮ ਹਾਊਸਕੀਪਰ ਆਲਸੋ, ਓਨਲੀ ਦੈਨ ਆਈ ਕੁਡ ਡੂ ਦ ਵਰਕ। ਤਾਂ ਹੀ ਮੇਰੇ ਕੋਲੋਂ ਕੰਮ ਹੋ ਸਕਣਾ ਸੀਗਾ ਕਿਉਂਕਿ ਘਰ ਦੀ ਸਫਾਈ ਕਰਨੀ ਹੈ, ਕੁਕਿੰਗ ਵੀ ਉਹ ਕਰ ਲੈਂਦੀ ਸੀਗੀ ਅਤੇ ਬੱਚਿਆਂ ਨੂੰ ਵੀ ਸੰਭਾਲਣਾ ਹੈਗਾ ਅਤੇ ਬੱਚਿਆਂ ਲਈ ਫਿਰ ਟਾਈਮ ਮਿਲ ਜਾਂਦਾ। ਹਾਂ, ਫਿਰ ਬੱਚਿਆਂ ਨੂੰ ਜਿਹੜੀ ਆਪਣੀ ਤੁਸੀਂ ਵੈਲਿਊਜ਼ ਅਤੇ ਸੰਸਕਾਰ ਦੇਣਾ ਚਾਹੁੰਦੇ ਹੋ ਉਹ ਫਿਰ ਮੈਨੂੰ ਟਾਈਮ ਮਿਲ ਜਾਂਦਾ ਸੀਗਾ। ਇੱਕ ਹੋਰ ਹੋਇਆ ਕਿ ਸਾਡੇ ਘਰ ਨਾ ਪੇਰੈਂਟਸ ਵੀ ਆਏ ਸੀਗੇ ਅਤੇ ਪੇਰੈਂਟਸ ਦੇ ਨਾਲ ਫਿਰ ਉਹ ਵੀ ਉਸ ਨਾਲ ਵੀ ਬਹੁਤ ਫਾਇਦਾ ਹੁੰਦਾ ਹੈ ਕਿ ਇਹਨਾਂ ਬੱਚਿਆਂ ਨੂੰ ਮਦਦ ਮਿਲ ਜਾਂਦੀ ਹੈ। ਬਿਲਕੁਲ, ਜਦੋਂ ਪੇਰੈਂਟਸ ਆ ਕੇ ਦੇਖਦੇ ਨੇ, ਰਾਈਟ, ਦਾਦਾ ਦਾਦੀ ਦੀ ਗੋਦ ਵਿੱਚ, ਨਾਨਾ ਨਾਨੀ ਦੀ ਗੋਦ ਵਿੱਚ, ਤਾਂ ਬੜਾ ਫਰਕ ਪੈਂਦਾ ਬੱਚਿਆਂ ਦੀ ਪਰਵਰਿਸ਼, ਉਸ ਨਾਲ ਵੀ ਬਹੁਤ, ਉਹਨਾਂ ਨੂੰ ਵੀ ਬਹੁਤ। ਪਰ ਡਾਕਟਰ ਸਾਹਿਬ ਇੱਥੇ ਇੱਕ ਮੈਂ ਜ਼ਰੂਰ ਗੱਲ ਪੁੱਛਣਾ ਚਾਹਾਂਗਾ ਕਿਉਂਕਿ ਤੁਸੀਂ ਦੋਵੇਂ ਇੰਟਲੈਕਚੁਅਲ ਹੋ, ਦੋਵੇਂ ਮੈਡੀਕਲ ਪ੍ਰੋਫੈਸ਼ਨਸ ਵਿੱਚ ਹੋ, ਦੋਵਾਂ ਦੇ ਆਪਣੇ ਪੇਸ਼ੈਂਟ ਜ਼ਰੂਰ ਹੋਣਗੇ, ਪਰ ਜਦੋਂ ਹਸਬੈਂਡ ਵਾਈਫ ਦੀ ਸੇਮ ਪ੍ਰੋਫੈਸ਼ਨ ਹੋਏ ਨਾ ਤਾਂ ਨੋਕ ਝੋਂਕ ਵੀ ਵੱਜ ਜਾਂਦੀ ਹੈ ਕਿ ਨਹੀਂ ਉਹ ਵਾਲੇ ਪੇਸ਼ੈਂਟ ਨੂੰ ਤੁਸੀਂ ਇਹ ਮੈਡੀਸਿਨ ਕਿਉਂ ਦਿੱਤੀ ਆ, ਤੁਸੀਂ ਇਹ ਵਾਲੇ ਪੇਸ਼ੈਂਟ ਨੂੰ ਐਵੇਂ ਕਿਉਂ ਟਰੀਟ ਕੀਤਾ, ਕਦੀ ਐਵੇਂ ਹੁੰਦਾ ਸੀ ਤੁਹਾਡੇ ਨਾਲ? ਉਹ ਇਸ ਕਰਕੇ ਨਹੀਂ ਹੋਇਆ ਕਿ ਮੇਰਾ ਫੀਲਡ ਸਰਜਰੀ ਦਾ ਹੈਗਾ ਹੈ। ਓਕੇ, ਜਿਸ਼ੀ ਦੇ ਇੰਟਰਨਲ ਮੈਡੀਸਿਨ ਫਿਰ ਵੀ ਸਾਰੇ ਟਸਲ ਤੇ ਕੁਝ ਹੁੰਦੀ ਸੀਗੀ ਵਿਚ ਸ਼ੀ ਵੁੱਡ ਰੈਫਰ ਅ ਪੇਸ਼ੈਂਟ ਵਿਚ ਆਈ ਵੁੱਡ ਨਾਟ ਐਗਰੀ ਕਿ ਇਟ ਇਜ਼ ਹੈਜ਼ ਦ ਪ੍ਰੋਬਲਮ, ਸੋ ਆਈ ਵਿਲ ਹੈਵ ਟੂ ਡੂ couple of tests there to convince her that this is not the problem there, so that the treatment is not surgery, it is medical treatment. But I had to prove it because when somebody thinks that you have got this problem, like that is a medical profession, कि किसी ने कहो कि appendix है और मैं as a surgeon का appendix नहीं हैगा, तो I had to prove it कि that he doesn't have appendix, मतलब कि मैंने CAT scan करवाना है, अल्ट्रासाउंड करवाना है, ब्लड काउंट करवाओ कि सब चीज़ें नॉर्मल आ रही हैं ने, क्योंकि क्लिनिकल जजमेंट के ऊपर तो आई एम रेफर्ड ए patient, so I had to sort of convince her or the other physician also कि भी this not the thing, we need to just watch it and see what happens. ਜੀ, ਜਿੰਨਾ ਮੈਂ ਤੁਹਾਨੂੰ ਅਬਜ਼ਰਵ ਕੀਤਾ ਤੁਸੀਂ ਬੜੇ ਰੋਮਾਂਟਿਕ ਕਪਲ ਹੋ, ਇੱਕ ਦੂਜੇ ਦੇ ਨਾਲ ਬੜਾ ਪਿਆਰ ਨਾਲ, ਬੜੇ ਇੱਕ ਦੂਜੇ ਨੂੰ ਸਬਰ ਦੇ ਨਾਲ, ਪੇਸ਼ੈਂਸ ਦੇ ਨਾਲ ਇੱਕ ਦੂਜੇ ਨੂੰ ਹੈਂਡਲ ਕਰ ਰਹੇ ਹੋ। ਪਰ ਕਿਤੇ ਨਾ ਕਿਤੇ ਜਦੋਂ ਅਸੀਂ ਬੱਚਿਆਂ ਨੂੰ ਦੇਖਦੇ ਹਾਂ ਕਿ ਬੱਚੇ ਵੀ ਜਦੋਂ ਰੇਸ ਕਰਨੇ ਹੈ ਤਾਂ ਬੱਚੇ ਮੇਰੇ ਵੱਲ ਹੋਣ ਜਾਂ ਮੇਰੀ ਗੱਲ ਮੰਨਣ,
ਸਭ ਤੋਂ ਜ਼ਿਆਦਾ ਬੱਚੇ ਕਿਹਦੀ ਗੱਲ ਮੰਨਦੇ ਆ ਘਰ ਵਿੱਚ, ਪਾਪਾ ਦੀ ਜਾਂ ਮੰਮੀ ਦੀ? ਇਸ ਤਰ੍ਹਾਂ ਸਾਡਾ ਵੈਸੇ ਹੋਇਆ ਨਹੀਂ, ਕਿਉਂਕਿ ਮੈਨੂੰ ਜ਼ਿਆਦਾ ਟਾਈਮ ਲਗਾਇਆ ਉਹਨਾਂ ਨਾਲ, ਉਹਨਾਂ ਦੇ ਹੋਮਵਰਕਸ ਵਾਸਤੇ। ਮੈਂ ਡੈਨ ਮਦਰ ਵੀ ਬਣ ਜਾਂਦੀ ਸੀਗੀ ਉਹਨਾਂ ਦੇ ਬੱਚਿਆਂ ਨੇ। ਜਿਸ ਤਰ੍ਹਾਂ ਉਹਨਾਂ ਦੇ ਜਿਹੜੇ ਵੀ ਐਕਟੀਵਿਟੀਜ਼ ਵਿੱਚ ਆਈ ਯੂਜ਼ ਟੂ ਟੇਕ ਆਫ ਫਰੋਮ ਵਰਕ, ਕਿਉਂਕਿ ਮੇਰੇ ਨਾਲ ਅਸਿਸਟੈਂਟ ਵੀ ਹਮੇਸ਼ਾ ਹੁੰਦਾ ਸੀਗਾ, ਅਤੇ ਉਹਨਾਂ ਦੀ ਫੀਲਡ ਟ੍ਰਿਪਸ ਵਿੱਚ ਵੀ ਨਾਲ ਚਲੀ ਗਈ ਹਾਂ। ਅਤੇ ਹੋਰ ਵੀ ਉਹਨਾਂ ਦੇ ਜਿਸ ਤਰ੍ਹਾਂ ਬੋਏ ਸਕਾਊਟ, ਉਹਨਾਂ ਦੀ ਐਕਟੀਵਿਟੀਜ਼ ਵਿੱਚ ਵੀ, ਅਤੇ ਬਹੁਤ ਜ਼ਿਆਦਾ ਫਿਰ ਸਿੱਖੀਜ਼ਮ ਦੇ ਬਾਰੇ ਵਿੱਚ ਵੀ ਹੈ ਨਾ, ਅਸੀਂ ਦੋਨੋਂ ਬਿਲੀਵ ਕਰਦੇ ਹੀ ਸੀਗੇ। ਗੁਰੂ ਗ੍ਰੰਥ ਸਾਹਿਬ ਜੀ ਤੇ ਸਾਡੇ ਕੋਲ ਨਾਲ ਜਦ ਮੈਂ ਪਹਿਲੀ ਵਾਰ ਆਈ ਹਾਂ ਤਾਂ ਹੀ ਉਹ ਗੁਰੂ ਗ੍ਰੰਥ ਸਾਹਿਬ ਜੀ ਨਾਲ ਆਏ ਸੀਗੇ। ਇਨਫੈਕਟ ਜਦ ਮੈਂ ਆਈ ਹਾਂ ਅਤੇ ਲੈ ਕੇ ਆਈ ਹਾਂ ਅਤੇ ਇਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਦੱਸਿਆ ਨਹੀਂ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਆ ਰਹੇ ਨੇ ਨਾਲ। ਅਤੇ ਮੈਂ ਕਿਹਾ ਆਪਾਂ ਇੱਕ ਦੂਸਰੇ ਨੂੰ ਜਾਣਦੇ ਵੀ ਨਹੀਂ ਸੀ, ਕਿਉਂਕਿ ਸਾਡੀ ਮੈਰਿਜ ਵਾਜ਼ ਅਰੇਂਜ ਮੈਰਿਜ। ਅਤੇ ਜੇ ਤੁਸੀਂ ਨਾ ਮੈਂ ਤੁਹਾਨੂੰ ਜੇ ਦੱਸਦੀ ਕਿ ਬਈ ਮੈਂ ਗੁਰੂ ਗ੍ਰੰਥ ਸਾਹਿਬ ਜੀ ਆਉਣਗੇ ਨਾਲ, ਅਤੇ ਜੇ ਤੁਸੀਂ ਨਾ ਕਰ ਦਿੰਦੇ ਤਾਂ ਫਿਰ ਆਈ ਵੁੱਡ ਹੈਵ ਥਾਟ ਆਫ ਇਟ, ਕਿਉਂਕਿ ਮੈਂ ਸ਼ੁਰੂ ਤੋਂ ਇਹਨਾਂ ਨੂੰ ਕੋਈ ਹਰਜ ਨਹੀਂ ਸੀਗਾ। ਪਰ ਹੀ ਵਾਜ਼ ਆਲਸੋ ਰਾਈਟ ਕਿ ਬਈ ਨਿਊਯਾਰਕ ਵਿੱਚ ਛੋਟਾ ਅਪਾਰਟਮੈਂਟ ਹੁੰਦਾ, ਫਿਰ ਦੈਨ ਵੀ ਡਿਵਾਈਡਡ। ਅਸੀਂ ਉਹਨੂੰ ਉਸੀ ਨੂੰ ਕਮਰੇ ਨੂੰ ਵੱਡੀ ਅਲਮਾਰੀਜ਼ ਲਿਆ ਕੇ ਕਮਰੇ ਨੂੰ ਡਿਵਾਈਡ ਕਰ ਲਿਆ, ਅਤੇ ਉਸੀ ਵਿੱਚ ਫਿਰ ਗ੍ਰੰਥ ਸਾਹਿਬ ਜੀ ਵੀ ਹੋ ਗਏ। ਉਹ ਇਸ ਕਰਕੇ ਕਿ ਨਾ ਜੇ ਸਿੱਖ ਵੈਲਿਊਜ਼ ਨੂੰ ਸ਼ੁਰੂ ਤੋਂ ਹੀ ਆਪਣੇ ਨਾਲ ਨਹੀਂ ਰੱਖਾਂਗੇ, ਮੈਂ ਆਪਸ ਵਿੱਚ ਅਸੀਂ ਵੀ ਆਰ ਬੋਥ ਨਾਟ ਫਰੋਮ ਪੰਜਾਬ, ਆਈ ਐਮ ਫਰੋਮ ਰਾਜਸਥਾਨ ਅਤੇ ਡਾਕਟਰ ਸਾਹਿਬ ਫਰੋਮ MP। ਅਤੇ ਉਹ ਮੇਰੇ ਬ੍ਰਦਰ ਇਨ ਲਾ ਇੱਥੇ, ਉਹਨਾਂ ਨੇ ਸਾਨੂੰ ਪਹਿਲੇ ਵਾਰ ਹੀ ਮਿਲੇ ਇੱਕ ਹਫ਼ਤੇ ਦੇ ਅੰਦਰ ਹੀ, ਅਤੇ ਉਹਨਾਂ ਨੇ ਨੋਟ ਕੀਤਾ ਕਿ ਅਸੀਂ ਜਾਂ ਤਾਂ ਇੰਗਲਿਸ਼ ਵਿੱਚ ਹੀ ਆਪਸ ਵਿੱਚ ਗੱਲ ਕਰ ਰਹੇ ਹਾਂ, ਜਾਂ ਕਿਉਂਕਿ ਉੱਥੋਂ ਦਾ ਹਿੰਦੀ ਦਾ ਹੈਗਾ। ਅਤੇ ਉਹਨਾਂ ਨੇ ਸਾਨੂੰ, ਆਈ ਐਮ ਵੈਰੀ ਥੈਂਕਫੁਲ ਟੂ ਹਿਮ ਕਿ ਉਹਨਾਂ ਨੇ ਰਿਮਾਈਂਡ ਕਰਾਇਆ ਕਿ ਤੁਸੀਂ ਦੋਨੋਂ ਪੰਜਾਬੀ ਜਾਣਦੇ ਹੋ, ਅਤੇ ਜੇ ਤੁਸੀਂ ਆਪਸ ਵਿੱਚ ਘਰ ਵਿੱਚ ਐਨਵਾਇਰਮੈਂਟ ਪੰਜਾਬੀ ਦਾ ਨਹੀਂ ਰੱਖੋਗੇ, ਇਸ ਕਰਕੇ ਆਈ ਐਮ ਵੈਰੀ ਫॉर ਇਟ ਕਿ ਨਾ ਘਰ ਵਿੱਚ ਪੰਜਾਬੀ ਜ਼ਰੂਰ ਰੱਖੀ ਜਾਏ, ਤਾਂ ਕਿ ਆਪਣੀ ਉਹ ਫਿਰ ਬੱਚਿਆਂ ਨੂੰ ਵੀ ਉਹ ਤਾਂ ਹੀ ਉਹ ਫਿਰ ਉਸਦਾ ਇਫੈਕਟ ਹੁੰਦਾ ਹੈ। ਅਤੇ ਅਸੀਂ ਇਸ ਲਈ ਵੀ ਮੇਡ ਇਟ ਸ਼ੋਰ ਕਿ ਅਸੀਂ ਆਪਸ ਵਿੱਚ ਪੰਜਾਬੀ 'ਚ ਗੱਲ ਕਰੀਏ, ਅਤੇ ਬੱਚਿਆਂ ਨਾਲ ਵੀ ਜਿਤਨੀ ਵੀ ਗੱਲ ਕਰ ਸਕੀਏ ਪੰਜਾਬੀ ਨਾਲ ਕਰੀਏ। ਹਾਲਾਂਕਿ ਉਹਨਾਂ ਨੂੰ ਇਫੈਕਟ ਹੁੰਦਾ ਹੈ ਆਪਣੇ ਕਲਾਸ ਵਿੱਚ। ਬਿਲਕੁਲ ਜ਼ਰੂਰੀ ਹੈ, ਜਦੋਂ ਘਰ ਵਿੱਚ ਇੱਕੋ ਲੈਂਗੁਏਜ ਬਾਰ-ਬਾਰ ਤੁਸੀਂ ਗੱਲ ਕਰਦੇ ਹੋ ਤਾਂ ਡੈਫੀਨਿਟਲੀ ਬੱਚਿਆਂ 'ਤੇ ਬਹੁਤ ਪ੍ਰਭਾਵ ਪੈਂਦਾ। ਪਰ ਡਾਕਟਰ ਰਣਵੀਰ ਜੀ, ਤੁਹਾਡੇ ਤੋਂ ਮੈਂ ਜ਼ਰੂਰ ਜਾਣਨਾ ਚਾਹਾਂਗਾ, ਕਿਉਂਕਿ ਅੱਜ ਤੋਂ 30-40 ਸਾਲ ਪਹਿਲਾਂ ਲੋਕਾਂ ਨੂੰ ਘੱਟ ਪਤਾ ਸੀ ਕਿ ਪੰਜਾਬੀ ਕੌਣ ਨੇ, ਸਿੱਖ ਕੌਣ ਨੇ, ਪਗੜੀ ਦੀ ਕੀ ਵੈਲਿਊ ਹੈ। ਪਰ ਅੱਜ ਜਦੋਂ ਅਸੀਂ 2026 'ਚ ਬੈਠੇ ਹਾਂ, 2026 'ਚ ਤੁਹਾਨੂੰ ਲੱਗਦਾ ਹੈ ਕਿ ਅੱਜ ਸਭ ਲੋਕਾਂ ਨੂੰ ਪਤਾ ਹੈ ਕਿ ਇਸ ਪਗੜੀ ਦੀ ਕੀ ਵੈਲਿਊ ਹੈ, ਪਗੜੀ ਹੋਰਾਂ ਧਰਮਾਂ ਨਾਲ ਨਾ ਜੁੜ ਕੇ ਵੇਖਿਆ ਜਾਏ, ਕਿਉਂਕਿ ਬਹੁਤ ਸਾਰੀਆਂ ਸਿੱਖ ਆਰਗੇਨਾਈਜੇਸ਼ਨਸ, ਬਹੁਤ ਸਾਰੇ ਗੁਰਦੁਆਰੇ ਆਪਣੀ ਆਪਣੀ ਤਰ੍ਹਾਂ ਨਾਲ ਉਪਰਾਲੇ ਕਰ ਰਹੇ ਨੇ ਕਿ ਇੱਥੋਂ ਦੇ ਅਮਰੀਕਨਸ ਨੂੰ ਦੱਸਿਆ ਜਾਏ ਕਿ ਸਾਡਾ ਧਰਮ ਕਿਸ ਤਰ੍ਹਾਂ ਹੋਰਨਾਂ ਧਰਮਾਂ ਨਾਲੋਂ ਵੱਖ ਹੈ। ਇਸੇ ਵਾਸਤੇ ਪ੍ਰੋਬਲਮ ਇਹ ਹੈ ਕਿ ਜਦੋਂ ਬਿਕਾਜ਼ ਆਫ 9/11 ਤਾਂ ਤੋਂ ਉਸ ਤੋਂ ਪਹਿਲੇ ਲੋਕੀ ਪਗੜੀ ਦਾ ਇੰਨਾ ਨਾ ਰਿਸਪੈਕਟ ਕਰਦੇ ਸੀਗੇ, ਨਾ ਇੰਨਾ ਡਿਸਰਿਸਪੈਕਟ ਕਰਦੇ ਸੀਗੇ। ਇਹ ਕੰਸੀਡਰ ਕਿ ਇਜ਼ ਅ ਨੋਵਲਟੀ ਕਿ ਕਿਸੇ ਬੰਦੇ ਨੇ ਪਗੜੀ ਪਾਈ ਹੋਈ ਹੈ, ਅਤੇ ਇਸ ਯੂਜ਼ ਵੀ ਕੁਐਸਚਨ ਕਿ ਵੀ ਹਾਂ ਵੀ ਤੁਸੀਂ ਪਗੜੀ ਪਾਈ ਹੈ ਅਤੇ ਵੀ ਕੌਣ ਹੋ। ਹਸਪੀਟਲ ਦੇ ਲੋਕ ਪੁੱਛਣਗੇ ਵੀ ਤੁਸੀਂ ਪਗੜੀ ਪਾਈ ਹੈ। 9/11 ਤੋਂ ਬਾਅਦ ਉਹਨਾਂ ਨੇ ਦੇਖਣਾ ਸ਼ੁਰੂ ਕੀਤਾ ਕਿ ਮਿਡਲ ਈਸਟ ਦੇ ਜਿਹੜੇ ਮੁਸਲਮਾਨ ਨੇ ਉਹ ਪਾਉਂਦੇ ਨੇ ਪਗੜੀ। ਉਹਨਾਂ ਦੀ ਹਾਲਾਂਕਿ ਸਟਾਈਲ ਡਿਫਰੈਂਟ ਹੈ, ਪਰ ਫਿਰ ਵੀ ਉਹਨਾਂ ਦਾ ਐਟੀਟਿਊਡ ਹੈ ਕਿ ਵੀ ਜਿਹੜੇ ਪਗੜੀ ਪਾਉਂਦੇ ਨੇ ਸਾਰੇ ਉੱਥੇ ਹੀ ਨੇ। ਦੈਟ ਇਜ਼ ਬਿਗ ਪ੍ਰੋਬਲਮ ਫॉर ਸਿੱਖਸ ਦੇਅਰ, ਖਾਸ ਕਰਕੇ 9/11 ਵਿੱਚ। ਮੈਂ ਇਸ ਕਰਕੇ ਕਹਿੰਦਾ ਕਿ ਮੈਨੂੰ ਯਾਦ ਜਦ 9/11 ਮੈਨੂੰ ਫਲਾਈਟ ਲੈ ਕੇ ਫੀਨਿਕਸ ਜਾਣਾ ਸੀ, ਆਪਣੇ ਫਰੈਂਡ ਦੀ ਕੁੜੀ ਦਾ ਵਿਆਹ ਸੀਗਾ, ਅਤੇ ਸ਼ਾਰਲਟ ਮੈਂ ਏਅਰਪੋਰਟ 'ਤੇ ਪਹੁੰਚਿਆ, ਸਿਕਿਉਰਿਟੀ ਦੇ ਬਿਲਕੁਲ ਖਾਲੀ ਸੀਗਾ, there's not a single ਬੰਦਾ, ਕਿਉਂਕਿ ਮੈਂ 2 ਘੰਟੇ ਪਹਿਲੇ ਪਹੁੰਚ ਗਿਆ ਫਲਾਈਟ ਤੋਂ। ਅਤੇ ਮੈਂ ਜੇ ਸਿਕਿਉਰਿਟੀ ਕਹਿੰਦਾ ਤਾਂ ਸਿਕਿਉਰਿਟੀ ਗਾਰਡ ਨੇ ਇੱਕ ਰੈਪਰ ਕੱਢਿਆ ਅਤੇ ਕਹਿੰਦਾ ਰੈਂਡਮ ਚੈੱਕਅਪ। ਨਾ ਮੇਰੇ ਅੱਗੇ ਬੰਦੇ ਨੇ ਨਾ ਮੇਰੇ ਪਿੱਛੇ ਬੰਦੇ ਨੇ, ਅਤੇ ਇਕੱਲਾ ਮੈਂ ਬੰਦਾ, ਅਤੇ ਮੈਨੂੰ ਕਹਿ ਰਹੀ ਕਿ ਰੈਂਡਮ ਚੈੱਕਅਪ ਕਰਾਉਣਾ ਹੈ, ਕਿਉਂਕਿ ਮੈਂ ਪਗੜੀ ਪਾਈ ਸੀ, ਕੁਛ ਪਤਾ ਨਹੀਂ ਸੀਗਾ। ਦੀ ਸੇਮ ਟਾਈਮ ਮੈਂ ਸ਼ਾਰਲਟ ਜਦ ਵਾਪਸ ਆਉਣਾ ਸੀ ਫੀਨਿਕਸ ਤੋਂ, ਅਤੇ ਫੀਨਿਕਸ ਦੇ ਉਹਦੇ ਜਿਹੜਾ ਬੰਦਾ ਸੀਗਾ ਅਮਰੀਕਨ, ਉਹ ਸਰਦਾਰਾਂ ਨੂੰ ਜਾਣਦਾ ਸੀਗਾ। ਅਤੇ ਉਸਨੇ ਕਿਹਾ ਯੂ ਸਿੱਖ, ਕੈਨ ਆਈ ਜਸਟ ਟੱਚ ਯੂਰ ਟਰਬਨ ਵਿਦਆਊਟ ਐਨੀ ਪ੍ਰੋਬਲਮ, ਜਸਟ ਟੈਲ ਮੀ ਨੋ ਐਂਡ ਯੂ ਕੈਨ ਗੋ ਦੈਟ। ਤੋ ਐਜੂਕੇਸ਼ਨ ਦੀ ਲੋੜ ਹੈ ਕਿ ਜਿਨ੍ਹਾਂ ਨੂੰ ਪਤਾ ਉਹ ਤਾਂ ਇੰਨਾ ਪ੍ਰੋਬਲਮ ਨਹੀਂ ਕਰਦੇ, ਪਰ ਜਿਨ੍ਹਾਂ ਨੂੰ ਨਹੀਂ ਪਤਾ they sort of confuse Sikh as a Middle Eastern person. ਉਹਨਾਂ ਵਾਸਤੇ ਪ੍ਰੋਬਲਮ ਹੈਗੀ। ਅਤੇ ਉਹਨਾਂ ਨੂੰ ਹੁਣ ਐਜੂਕੇਸ਼ਨ ਇਜ਼ we are talking about
teaching 300 million people suddenly, okay, what is the difference between the Sikh and Middle Eastern Sikh? That is going to be tough. ਹੁਣ ਆਪਾਂ ਕੀ ਕਹਿੰਦੇ ਇੰਡੀਆ ਵੀ ਰਹੇ 10 ਸਾਲ ਪਹਿਲੇ ਅਸੀਂ ਕੇਰਲਾ ਗਏ ਤੇ ਉਸੇ ਅਸੀਂ ਗਏ ਕੇਰਲਾ ਜਦ ਗਏ ਤੇ ਉਸੇ ਉਹੀ ਏਰੀਆ ਵਿੱਚ ਮੈਂ ਪਗੜੀ ਪਾਈ ਸੀ ਤੇ ਮੇਰੇ ਬੱਚੇ ਨੇ ਪਗੜੀ ਪਾਈ ਸੀ ਉੱਥੇ ਕੁਝ ਮੁਸਲਮਾਨ everybody was looking at us because they are not look like they are not seen the Sikhs before. So that oddity or thing would be always there for the Sikhs because of turban and keeping hair because we look different. So education would take time, but we have to keep on working. Now, how to do it? There's so many different ways, but I feel ਕਿ ਜਿਹੜਾ ਹੁਣ ਤੁਹਾਨੂੰ ਇੱਕ ਰਾਹ ਚੰਗਾ ਲੱਗਦਾ ਹੈ ਤੇ ਉਸੇ ਰਾਹ ਤੇ ਤੁਸੀਂ ਕਰੋ ਕਿਸੇ ਨੂੰ ਦੂਸਰਾ ਚੰਗਾ ਲੱਗਦਾ ਉਹ ਦੂਸਰਾ ਕਰੇ but we need to educate people. ਬਿਲਕੁਲ ਬਹੁਤ ਜ਼ਰੂਰੀ ਹੈ ਕਿਉਂਕਿ ਐਜੂਕੇਸ਼ਨ ਦੇ ਨਾਲ ਹੀ ਗਿਆਨ ਦਿੱਤਾ ਜਾ ਸਕਦਾ ਹੈ। ਇਹ ਸਵਾਲ ਡਾਕਟਰ ਮਨਜੀਤ ਜੀ ਮੈਂ ਤੁਹਾਡੇ ਤੋਂ ਵੀ ਕਰਾਂਗਾ ਕਿਉਂਕਿ ਤੁਸੀਂ ਵੀ ਮੈਡੀਕਲ ਪ੍ਰੋਫੈਸ਼ਨ 'ਚੋਂ ਲਗਾਤਾਰ ਵੱਖ-ਵੱਖ ਪੇਸ਼ੈਂਟਸ ਨੂੰ ਹਰ ਰੋਜ਼ ਤੁਸੀਂ ਡੀਲ ਕਰਦੇ ਹੋ, ਨਵੇਂ ਪੇਸ਼ੈਂਟਸ ਵੀ ਹੋਣਗੇ ਤੁਹਾਡੇ ਡੈਫੀਨੇਟਲੀ ਗੱਲ ਹੈ ਔਰ ਤੁਸੀਂ ਵੱਖ-ਵੱਖ ਗੁਰਦੁਆਰਿਆਂ ਨਾਲ ਵੀ ਜੁੜੇ ਹੋਏ ਹੋ। ਕਿਸ ਤਰ੍ਹਾਂ ਦਾ ਤੁਹਾਨੂੰ ਲੱਗਦਾ ਹੈ ਕਿ ਅੱਜ ਸਾਨੂੰ ਨਵੀਆਂ ਕੋਸ਼ਿਸ਼ਾਂ ਦੀ ਜ਼ਰੂਰਤ ਹੈ ਤਾਂ ਜੋ ਅਸੀਂ ਲੋਕਾਂ ਤੱਕ ਆਪਣੀ ਆਵਾਜ਼ ਪਹੁੰਚਾ ਸਕੀਏ ਕਿਉਂਕਿ ਅੱਜ ਤੋਂ ਬਹੁਤ ਸਾਲ ਪਹਿਲਾਂ ਸਾਡੇ ਤੋਂ ਕਈ ਸਾਲ ਪਹਿਲਾਂ ਅਫਰੀਕੀ ਮੂਲ ਦੇ ਲੋਕ ਇੱਥੇ ਆ ਕੇ ਵਸੇ ਹੋਏ ਨੇ ਉਹਨਾਂ ਵਿੱਚੋਂ ਹੀ ਇੱਕ ਸ਼ਖਸ ਜਿਹੜਾ ਹੈ ਉੱਪਰ ਉੱਠਿਆ ਪ੍ਰੈਜ਼ੀਡੈਂਟ ਵੀ ਬਣ ਚੁੱਕੇ ਨੇ ਮਿਸਟਰ ਬਰਾਕ ਓਬਾਮਾ ਬਟ ਫਿਰ ਵੀ ਪਿਛਲੇ ਕੁਝ ਸਾਲਾਂ ਦੌਰਾਨ ਉਹਨਾਂ ਨੂੰ ਬਲੈਕ ਲਾਈਵਸ ਮੈਟਰ ਮੁਹਿੰਮ ਦੀ ਸ਼ੁਰੂਆਤ ਕਰਨ ਦੀ ਲੋੜ ਪਈ ਜੇ ਸਾਡੇ ਤੋਂ ਬਹੁਤ ਸਾਲ ਪਹਿਲਾਂ ਆ ਕੇ ਵੀ ਉਹਨਾਂ ਨੂੰ ਆਪਣੇ ਹੱਕਾਂ ਲਈ ਲੜਨਾ ਪੈ ਰਿਹਾ ਫਿਰ ਅਸੀਂ ਤਾਂ ਉਹਨਾਂ ਤੋਂ ਬਹੁਤ ਬਾਅਦ ਆਏ ਹਾਂ ਔਰ ਬਹੁਤ ਹੀ ਸਾਡੀ ਗਿਣਤੀ ਵੀ ਉਹਨਾਂ ਨਾਲੋਂ ਕਾਫੀ ਘੱਟ ਹੈ ਕਿਸ ਤਰ੍ਹਾਂ ਸਾਨੂੰ ਤੁਹਾਨੂੰ ਲੱਗਦਾ ਹੈ ਕਿ ਸਾਨੂੰ ਆਪਣੀ ਆਵਾਜ਼ ਹੋਰ ਬੁਲੰਦ ਕਰਨੀ ਚਾਹੀਦੀ ਹੈ ਇਹ ਬਿਲਕੁਲ ਹੈਗਾ ਕਿ ਨਾ ਬਹੁਤ ਆਪਣੀ ਜਿਹੜੀ ਪਰਸੈਂਟੇਜ ਆਫ ਹੈਗੀ ਹੈ ਮੈਨ ਪਾਵਰ ਆਪਾਂ ਕੋਲ ਘੱਟ ਹੈਗੀ ਹੈ ਤੇ ਮੈਨ ਪਾਵਰ ਵੀ ਘੱਟ ਹੈ ਤੇ ਨਾਲ ਆਪਣੇ ਜਿਸ ਤਰ੍ਹਾਂ ਇਹਨਾਂ ਦਾ ਐਸਟੈਬਲਿਸ਼ ਸਿਸਟਮ ਹੈਗਾ ਦੈਟਸ ਵਾਟ ਡਿਫਰੈਂਸ ਆਈ ਫੀਲ ਕਿ ਚਰਚਿਸ ਦੇ ਸਾਰੇ ਜਿਹੜੇ ਹੈਗੇ ਨੇ ਇਹਨਾਂ ਦੇ ਪ੍ਰੀਸਟ ਉਹਨਾਂ ਨੂੰ ਆਲਰੇਡੀ ਨੌਲੇਜ ਹੁੰਦੀ ਹੈ ਉਹ ਸਾਰੇ ਕਿਉਂਕਿ ਦੇ ਹੈਵ ਸੋ ਮਚ ਆਫ ਮੈਨ ਪਾਵਰ ਐਂਡ ਰਿਸੋਰਸਿਸ ਆਲਸੋ ਆਪਾਂ ਨੂੰ ਜਿਤਨੇ ਵੀ ਵੀ ਸ਼ੁੱਡ ਕੰਟਰੀਬਿਊਟ ਕੁਆਇਟ ਅ ਬਿਟ ਮੋਰ ਆਪਣੀ ਤਨ ਮਨ ਦੀ ਪੂਰੀ ਸੇਵਾ ਨਾਲ ਉਹਨਾਂ ਦਾ ਕਰੀਏ ਔਰ ਜਿਹੜੇ ਬੱਚੇ ਨੇ ਆਪਾਂ ਜਿਸ ਤਰ੍ਹਾਂ ਹੁਣ ਗੁਰਦੁਆਰੇ ਵਿੱਚ ਅਸੀਂ ਆਪਣੇ ਇੱਥੇ ਗੁਰਦੁਆਰੇ ਵਿੱਚ ਵੀ ਦੂਸਰੇ ਧਰਮ ਗੁਰਦੁਆਰੇ ਵੀ ਇਤਨੇ ਸਾਲ ਐਜੂਕੇਸ਼ਨ ਆਈ ਵਾਜ਼ ਐਜੂਕੇਸ਼ਨ ਚੀਫ ਆਲਸੋ ਅਤੇ ਉਹ ਅਸੀਂ ਬੱਚਿਆਂ ਨੂੰ ਸਟਰੋਂਗ ਆਪ ਬਣਾ ਰਹੇ ਹਾਂ ਕਿ ਉਹ ਆਪ ਵੀ ਜਿਸ ਫੀਲਡ ਵਿੱਚ ਵੀ ਜਾਣਗੇ ਅਤੇ ਇਫ ਦੇ ਆਰ ਗੋਇੰਗ ਟੂ ਬੀ ਸਟਰੋਂਗ ਦੈਮਸੈਲਵਸ ਅਤੇ ਫਿਰ ਉਹ ਆਪਣੇ ਨਾਲ ਹੁਣ ਸਾਡੇ ਇੱਕ ਮੇਰੀ ਪੇਸ਼ੈਂਟ ਆਈ ਉਹਨੇ ਮੈਨੂੰ ਸਿੱਖੀਜ਼ਮ ਬਾਰੇ ਦੱਸਣਾ ਕਿਉਂਕਿ ਆਈ ਟਾਕ ਟੂ ਦੈਮ ਕੁਆਇਟ ਅ ਬਿਟ ਅਬਾਊਟ ਵੈਲਿਊਜ਼ ਆਫ ਜਿਸ ਤਰ੍ਹਾਂ ਆਪਣੀ ਜੀਵਨ ਜਾਂਚ ਦੀ ਵੈਲਿਊਜ਼ ਦੇ ਬਾਰੇ 'ਚ ਕਾਫੀ ਕੁਛ ਗੱਲ ਕਰਦੀ ਹਾਂ ਕਿਉਂਕਿ ਇੱਥੋਂ ਦੇ ਲੋਕਾਂ ਨੂੰ ਬਹੁਤ ਡਿਪਰੈਸ਼ਨ ਅਤੇ ਉਹ ਸਭ ਕੁਛ ਵੀ ਬਹੁਤ ਜ਼ਿਆਦਾ ਹੈਗਾ ਅਤੇ ਉਸ ਵਾਸਤੇ ਫਿਰ ਨਾ ਉਹ ਮੈਨੂੰ ਆਪ ਹੀ ਦੱਸਣ ਲੱਗ ਗਈ ਕਿ ਨਾ ਸ਼ੀ ਨਿਊ ਅਬਾਊਟ ਸਿੱਖੀਜ਼ਮ ਕੁਆਇਟ ਅ ਬਿਟ ਅਤੇ ਇਸ ਤਰ੍ਹਾਂ ਹੁਣ ਉਹ ਆਪ ਤੁਸੀਂ ਸਾਨੂੰ ਕੋਲ ਦ ਵੇ ਆਈ ਟੇਕ ਇਟ ਕਿ ਭਈ ਮੇਰੇ ਕੋਲ ਓਪਰਚੁਨਿਟੀ ਹੈਗੀ ਹੈ ਮੇਰਾ ਆਪਣੀ ਪ੍ਰੈਕਟਿਸ ਹੈਗੀ ਹੈ ਔਰ ਪੇਸ਼ੈਂਟਸ ਨਾਲ ਵੀ ਤੁਸੀਂ ਇੰਡੀਵਿਜੂਅਲ ਆਪਣੇ ਬਾਰੇ ਵਿੱਚ ਵੀ ਦੱਸੋ ਔਨ ਦਾ ਅਦਰ ਹੈਂਡ ਜਾ ਕੇ ਦੂਸਰੀ ਚਰਚਿਸ ਨੂੰ ਤਾਂ ਆਪਣੇ ਗੁਰਦੁਆਰੇ ਬੁਲਾਇਆ ਜਾਏ ਅਸੀਂ ਬੁਲਾਉਂਦੇ ਹਾਂ ਦੂਸਰੇ ਚਰਚਿਸ ਦੇ ਲੋਕਾਂ ਨੂੰ ਵੀ ਜਿਊਇਸ਼ ਕਮਿਊਨਿਟੀਜ਼ ਨੂੰ ਵੀ ਔਰ ਇੰਟਰਫੇਥ ਵਿੱਚ ਜਾ ਕੇ ਲੋਕਾਂ ਨਾਲ ਆਪਣੀ ਸਿੱਖੀਜ਼ਮ ਦੇ ਬਾਰੇ 'ਚ ਦੱਸਿਆ ਜਾਏ ਬੜਾ ਜ਼ਰੂਰੀ ਹੈ ਕਿਉਂਕਿ ਅੱਜ ਹੋਰਨਾਂ ਕਮਿਊਨਿਟੀਜ਼ ਕੋਲ ਜਾਵਾਂਗੇ ਅਸੀਂ ਦੱਸਾਂਗੇ ਅਸੀਂ ਕੌਣ ਹਾਂ ਤਾਂ ਇਹ ਸਾਡੀ ਆਵਾਜ਼ ਜਿਹੜੀ ਹੈ ਯੂਥ ਵੀ ਸੁਣ ਰਿਹਾ ਅਤੇ ਉਹ ਵੀ ਆ ਕੇ ਬਿਲਕੁਲ ਦੱਸਦਾ ਇੱਕ ਆਖਰੀ ਸਵਾਲ ਮੈਂ ਤੁਹਾਡੇ ਦੋਨਾਂ ਤੋਂ ਲਵਾਂਗਾ ਇੱਕ ਮਿੰਟ ਮੈਂ ਚਾਹਾਂਗਾ ਇਸ ਸਵਾਲ ਦਾ ਜਵਾਬ ਤੁਸੀਂ ਆਪਣੇ ਐਕਸਪੀਰੀਅੰਸ ਦੇ ਨਾਲ ਇੱਕ ਮਿੰਟ ਲਈ ਡਾਕਟਰ ਸਾਹਿਬ ਪਹਿਲਾਂ ਤੁਹਾਡੇ ਕੋਲ ਆਵਾਂਗਾ ਡਾਕਟਰ ਰਣਵੀਰ ਜੀ ਅੱਜ ਤਕਰੀਬਨ 40 ਸਾਲ ਹੋ ਗਏ ਤੁਹਾਡੇ ਵਿਆਹ ਨੂੰ 40 ਸਾਲਾਂ ਵਿੱਚ ਬਹੁਤ ਸਾਰੇ ਤੁਸੀਂ ਉਠਕ ਬੈਠਕ ਦੇਖੀਆਂ ਹੋਣਗੀਆਂ ਕਈ ਰੁਕਾਵਟਾਂ ਆਉਂਦੀਆਂ ਨੇ ਬਟ ਫਿਰ ਵੀ ਤੁਸੀਂ ਇੱਕ ਦੂਜੇ ਦਾ ਸਾਥ ਨਹੀਂ ਛੱਡਿਆ ਹੱਥ ਨਹੀਂ ਛੱਡਿਆ ਇੱਕ ਦੂਜੇ ਨਾਲ ਸੰਭਲ ਕੇ ਚੱਲਦੇ ਰਹੇ ਉਹਨਾਂ ਯੂਥ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿਸ ਤਰ੍ਹਾਂ ਵਿਆਹ ਨੂੰ ਸੰਭਾਲਿਆ ਜਾ ਸਕਦਾ ਹੈ ਕਿਉਂਕਿ ਅੱਜ ਅਸੀਂ ਦੇਖ ਰਹੇ ਹਾਂ ਕਿ ਬਹੁਤ ਜਲਦੀ ਵਿਆਹ ਟੁੱਟ ਵੀ ਜਾਂਦੇ ਨੇ ਵਿਆਹ ਸੰਭਾਲ ਨਹੀਂ ਸਕਦੇ ਲੋਕ ਆਪਣੇ ਬੱਚਿਆਂ ਨੂੰ ਨਹੀਂ ਸੰਭਾਲ ਸਕਦੇ ਲੋਕ ਉਹਨਾਂ ਬੱਚਿਆਂ ਨੂੰ ਕੀ ਸੁਜੈਸ਼ਨ ਦੇਣਾ ਚਾਹੋਗੇ ਆਪਣੇ ਮੈਰਿਜ ਐਕਸਪੀਰੀਅੰਸ ਤੋਂ ਦੇਖੋ ਇਫ ਇਟ ਇਜ਼ ਅਰੇਂਜ ਪ੍ਰੋਬਲਮ ਵੈਦਰ ਇਟ ਇਜ਼ ਅਰੇਂਜ ਮੈਰਿਜ ਔਰ ਲਵ ਮੈਰਿਜ ਪ੍ਰੋਬਲਮ ਦੋਵਾਂ ਵਿੱਚ ਆਉਂਦੀਆਂ ਨੇ ਸਭ ਤੋਂ ਵੱਡੀ ਪ੍ਰੋਬਲਮ ਤਾਂ ਇਹ ਹੈਗੀ ਵਿਦ ਬੋਥ ਸਾਈਡਸ ਹੈਵ ਟੂ ਰਿਅਲਾਈਜ਼ ਕਿ ਇਟ ਇਜ਼ ਅ ਗਿਵ ਐਂਡ ਟੇਕ ਥਿੰਗ ਜੀ there is nothing like a give or take if there is only give or take
ਇਟ ਇਜ਼ ਨਾਟ ਗੋਇੰਗ ਟੂ ਲਾਸਟ, ਭਾਵੇਂ ਅਰੇਂਜ ਮੈਰਿਜ ਹੋਵੇ ਭਾਵੇਂ ਲਵ ਮੈਰਿਜ ਹੋਵੇ। ਤੇ ਆਲਸੋ ਕਿ ਯੂ ਹੈਵ ਟੂ ਅੰਡਰਸਟੈਂਡ ਕਿ there has to be some compromise. If you don't compromise or ਹਰ ਗੱਲ ਤੇ ਤੁਸੀਂ ਕਰਨ ਲੱਗ ਪਓ ਤੇ it becomes very difficult to ਕਿ ਵੀ ਇੱਕ ਹੀ ਬੰਦਾ compromise ਕਰਦਾ ਜਾਂ ਦੂਸਰਾ ਨਾ ਕਰੇ ਤਾਂ ਵੀ ਪ੍ਰੋਬਲਮ ਹੈ। ਜੇ compromise ਤੁਸੀਂ ਨਹੀਂ ਕਰਦੇ ਤਾਂ ਪ੍ਰੋਬਲਮ ਹੈ। ਤੇ ਬੈਸਟ ਤੇ ਇਹ ਹੈਗਾ ਕਿ communication। Oh, communication is very difficult if it is not if it is arranged marriage. We are coming from a different strata of families there. Because somebody growing up like just we are growing up. Rajasthan da culture thoda different hai, Madhya Pradesh da culture different hai, Punjab da culture different hai. So if you grow up in that atmosphere, मेरा इंदौर da culture हैगा ते मेरे सारे friends हैं मारवाड़ी ते मराठी ते गुजराती जैनी, they had a different lifestyle. Looking at them, it was very difficult to adjust. But fortunately, I would say give more credit to her कि she worked hard and we were together. ਬਿਲਕੁਲ ਠੀਕ ਹੈ। ਇਹ ਸਵਾਲ ਡਾਕਟਰ ਮਨਜੀਤ ਜੀ ਤੁਹਾਡੇ ਤੋਂ ਕਿ ਵਿਆਹ ਨੂੰ ਸੰਭਾਲਣ ਦਾ, ਘਰ ਨੂੰ ਸੰਭਾਲ ਕੇ ਰੱਖਣ ਦਾ ਸਭ ਤੋਂ ਖਾਸ ਮੰਤਰ ਕੀ ਹੈ? ਐਕਚੁਅਲੀ ਪ੍ਰੋਬਲਮਸ ਤੇ ਹਰ ਮੈਰਿਜ ਵਿੱਚ ਹੀ ਹੁੰਦੀਆਂ ਨੇ ਤੇ ਹੁਣ ਯੂਥ ਥੋੜਾ ਆਈ ਥਿੰਕ ਉਹਨਾਂ ਵਿੱਚ ਪੂਰਾ ਸਹਿਣ ਕਰਨ ਦੀ ਤੇ ਸ਼ਕਤੀ ਨਹੀਂ ਹੈ। ਈਗੋ ਨੇ ਕੁਝ ਜ਼ਿਆਦਾ ਪ੍ਰੋਬਲਮ ਪਾਈਆਂ ਹੋਈਆਂ ਨੇ। ਸੋ the way I feel ਕਿ ਨਾ ਜੇ ਘਰ ਵਿੱਚ ਬਹੁਤ ਸਾਰੀ ਐਕਟੀਵਿਟੀਜ਼ ਇਕੱਠੀ ਕੀਤੀਆਂ ਜਾਏ, ਜਿਸ ਤਰ੍ਹਾਂ ਭਾਵੇਂ ਬੋਰਡ ਗੇਮਸ ਖੇਲਣੇ ਨੇ ਜਾਂ ਕਾਰਡਸ ਖੇਲਣੇ ਨੇ ਜਾਂ ਖਾਣਾ ਹੈਗਾ ਤੇ ਇਕੱਠਾ ਬੈਠ ਕੇ ਤੁਸੀਂ ਡਿਨਰ ਵੀ ਇਕੱਠੇ ਕਰੋ, ਟੇਕ ਸਮ ਵੈਕੇਸ਼ਨਸ ਟੂਗੈਦਰ, ਬੱਚਿਆਂ ਦੇ ਨਾਲ ਉਹਨਾਂ ਦੀ ਗੱਲਾਂ ਨੂੰ ਸੁਣੋ, ਉਹਨਾਂ ਦੇ ਸਕੂਲਸ ਵਿੱਚ ਇਨਵੋਲਵ ਹੋਵੋ, ਉਹਨਾਂ ਦੀ ਐਂਡ ਦੇ ਹੈਵ ਵੈਰੀ ਗੁੱਡ ਨੌਲੇਜ, ਉਹਨਾਂ ਨੂੰ ਬਹੁਤ ਅੱਛੇ ਓਬਜ਼ਰਵ ਕਰਦੇ ਨੇ ਸਾਰੇ ਬੱਚੇ, ਉਹਨਾਂ ਦੀ ਸੁਣ ਕੇ ਆਪਾਂ ਉਹਨਾਂ ਦੇ ਹਿਸਾਬ ਨਾਲ ਉਹਨਾਂ ਨੂੰ ਹੈਲਪ ਕਰੀਏ। ਐਂਡ ਰਿਗਾਰਡਿੰਗ ਯੋਰ ਓਨ ਬੋਥ ਤੁਸੀਂ ਇੱਕ ਤੇ ਆਈ ਹੈਵ ਫੈਲਟ ਕਿ ਮੈਡੀਟੇਸ਼ਨ ਆਲਸੋ ਹੈਲਪਸ। ਆਈ ਵੁੱਡ ਲਾਈਕ ਟੂ ਕਨਵਿੰਸ ਦੈਟ ਆਲਸੋ ਕਿ ਜਿਤਨਾ ਵੀ ਹੈ ਨਾ ਬੈਠ ਕੇ ਮੈਡੀਟੇਸ਼ਨ ਇਕੱਠੇ ਕਰ ਸਕਣ। ਤੇ ਐਸੀ ਕਰਕੇ ਅਸੀਂ पूरी कोशिश की थी कि भाई रहराज साहब इकट्ठे करिए, जपजी साहब पाठ करिए। दैट ऑल्सो ब्रिंग्स एंटायरली डिफरेंट एनवायरमेंट इन द हाउस ऑल्सो। वो मेडिटेशन इज रियली, आई इवन टॉक विद माई अमेरिकन पेशेंट्स ऑल्सो एंड सारे जने अग्री करते हैं कि ना हर एक का अपना अपना वे होंदा है, पर वो सुनते हैं तो करते हैं। तो दैट ब्रिंग्स क्वाइट अ बिट ऑफ लव बिटवीन each other and ਜਿਹੜੀਆਂ ਛੋਟੀ ਮਾਈਨਰ ਪ੍ਰੋਬਲਮਸ ਉਹ ਅੱਜ ਲੱਗ ਰਹੀ ਹੈ ਕਿ ਪ੍ਰੋਬਲਮ ਹੈ, ਕੱਲ ਤੁਹਾਨੂੰ ਆਪ ਹੀ ਨਹੀਂ ਲੱਗੇਗੀ ਕਿ ਨਾ ਇਟਸ ਵੈਰੀ ਬਿਗ ਡੀਲ। ਸੋ ਇਸ ਤਰ੍ਹਾਂ ਦੇ ਜੇ ਐਕਟੀਵਿਟੀਜ਼ ਇਕੱਠੀ ਕੀਤੀ ਜਾਣ ਤੇ ਇੱਕ ਦੂਸਰੇ ਦੀ ਸੁਣਨਾ ਬਹੁਤ ਜ਼ਰੂਰੀ ਹੈਗਾ ਕਿ ਐਂਡ ਹੈਲਪ ਈਚ ਅਦਰ ਟੂ ਹੈਲਪ ਦ। ਬਿਲਕੁਲ, ਬਹੁਤ ਵਾਰੀ ਕਈ ਵਾਰੀ ਹੁੰਦਾ ਕਿ ਅਸੀਂ ਆਪ ਹੀ ਪ੍ਰੋਬਲਮਸ ਨੂੰ ਜਨਮ ਦਿੰਦੇ ਹਾਂ, ਪਰ ਸਾਨੂੰ ਸੋਲਿਊਸ਼ਨਸ ਆਸ-ਪਾਸ ਹੀ ਹੁੰਦੇ ਆ ਪਰ ਦਿਖਾਈ ਨਹੀਂ ਦਿੰਦੇ, ਕਿਉਂਕਿ ਸੋਲਿਊਸ਼ਨਸ ਲੱਭਣੇ ਬੜੇ ਜ਼ਰੂਰੀ ਹੈ। ਆਪਸ ਵਿੱਚ ਬੈਠ ਕੇ ਇੱਕ ਸਹਿਣਸ਼ੀਲਤਾ ਨਾਲ, ਇੱਕ ਪੇਸ਼ੈਂਸ ਦੇ ਨਾਲ ਜਿਹੜੀ ਹੈਗੀ ਆ ਉਹ ਹਰ ਚੀਜ਼ ਦਾ ਸੋਲਿਊਸ਼ਨ ਲੱਭਿਆ ਜਾ ਸਕਦਾ ਹੈ। ਬਹੁਤ ਬਹੁਤ ਸ਼ੁਕਰੀਆ ਡਾਕਟਰ ਰਣਵੀਰ ਸਿੰਘ ਅਚਰੇਜਾ ਸਾਹਿਬ, ਡਾਕਟਰ ਮਨਜੀਤ ਜੀ, ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਔਰ ਬੜੇ ਹੀ ਸਹਿਜ ਤਰੀਕੇ ਦੇ ਨਾਲ, ਬੜਾ ਹੀ ਆਪਣੇ ਐਕਸਪੀਰੀਅੰਸ, ਚਾਹੇ ਉਹ ਮੈਡੀਕਲ ਪ੍ਰੋਫੈਸ਼ਨ ਹੈ, ਚਾਹੇ ਪਰਸਨਲ ਲਾਈਫ ਹੈ, ਮੈਰਿਡ ਲਾਈਫ ਹੈ, ਹਰ ਚੀਜ਼ ਬਾਰੇ ਤੁਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਸਾਡੇ ਨਾਲ ਹਰ ਚੀਜ਼ ਸ਼ੇਅਰ ਕੀਤੀ, ਉਹਦੇ ਲਈ ਬਹੁਤ ਬਹੁਤ ਸ਼ੁਕਰੀਆ। ਤੁਹਾਡਾ ਵੀ ਬਹੁਤ ਬਹੁਤ ਸ਼ੁਕਰਾਨਾ। We enjoyed talking to you and probably we'll learn more from you from seeing your other two videos there like that. ਨਹੀਂ, ਬਹੁਤ ਬਹੁਤ ਧੰਨਵਾਦ ਤੁਹਾਡਾ, ਸਾਨੂੰ ਵੀ ਓਪਰਚੁਨਿਟੀ ਵੀ ਦਿੱਤੀ ਹੈ ਤੇ ਜੋ ਕੁਝ ਅਸੀਂ ਕਰ ਸਕਦੇ ਹਾਂ ਵੀ that's what we kind of all the time look into to help the youth generation also. ਬਿਲਕੁਲ, ਬਹੁਤ ਜ਼ਰੂਰੀ ਹੈ ਅੱਜ ਇਸ ਤਰ੍ਹਾਂ ਦੇ ਕਪਲ ਨੂੰ ਮਿਲਣਾ, ਇਸ ਤਰ੍ਹਾਂ ਦੇ ਜੋੜਿਆਂ ਨੂੰ ਮਿਲਣਾ ਔਰ ਉਹਨਾਂ ਦੀਆਂ ਗੱਲਾਂ ਨੂੰ ਸਹਿਜ ਤਰੀਕੇ ਦੇ ਨਾਲ ਸੁਣਨਾ, ਕਿਉਂਕਿ ਅੱਜ ਸਿਰਫ ਬੋਲਣਾ ਜ਼ਰੂਰੀ ਨਹੀਂ ਹੈ, ਸੁਣਨਾ ਵੀ ਬਹੁਤ ਜ਼ਰੂਰੀ ਹੈ। ਕਿਉਂਕਿ ਜਦੋਂ ਐਕਸਪੀਰੀਅੰਸ ਲੋਕ ਆਪਣੀਆਂ ਤਜਰਬੇ ਦੀਆਂ ਗੱਲਾਂ ਦੱਸਦੇ ਨੇ, ਉਹਨਾਂ 'ਚੋਂ ਬਹੁਤ ਕੁਝ ਸਾਨੂੰ ਸਿੱਖਣ ਨੂੰ ਮਿਲਦਾ ਹੈ, ਯੂਥ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਔਰ ਇਸੇ ਕਰਕੇ ਅੱਜ ਅਚਰੇਜਾ ਫੈਮਿਲੀ ਨੂੰ ਅਸੀਂ ਕਿਹਾ ਮਿਲ ਕੇ ਸਿੱਖ ਹਾਈ ਫਲਾਇਰ। ਅਗਲੇ ਹਫ਼ਤੇ ਇੱਕ ਹੋਰ ਸ਼ਖਸ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਮੈਨੂੰ ਯਾਨੀ ਭੁਲੰਦਰ ਸਿੰਘ ਵਰਮਾਨੀ ਨੂੰ ਦਿਓ ਇਜਾਜ਼ਤ। ਧੰਨਵਾਦ।